ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ ਨਾਨਕ ਹੋਸੀ ਭੀ ਸੱਚ। ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕਉ ਆਂਖ ਤਰੇ ਨਹੀਂ ਆਨਿਓ। ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈ ਮਤ ਏਕ ਨ ਮਾਨਿਓ। ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹੈ ਹਮ ਏਕ ਨ ਜਾਣਿਓ। ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ। ਖੜਗ ਕੇਤ ਮੈਂ ਸਰਨ ਤਿਹਾਰੀ ਆਪ ਹਾਥ ਦੈ ਲਿਹੋ ਉਬਾਰੀ। ਸਰਬ ਠੌਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ। ਹਮ ਇਹ ਕਾਜ ਜਗਤ ਮੋ ਆਏ ਧਰਮ ਹੇਤ ਗੁਰਦੇਵ ਪਠਾਏ। ਜਾਏ ਤਹਾਂ ਤੈਂ ਧਰਮ ਚਲਾਏ ਕਬੁੱਧ ਕਰਨ ਤੇ ਲੋਕ ਹਟਾਏ। ਯਾਹੀ ਕਾਜ ਤਰਾ ਹਮ ਜਨਮੰ ਸਮਝ ਲੈਹੋ ਸਾਧੂ ਸਭ ਮਨ ਮੰਗ। ਧਰਮ ਚਲਾਵਨ ਸੰਤ ਉਵਾਰਨ ਦੁਸ਼ਟ ਸਭਨ ਕੋ ਮੂਲ ਉਪਾਰਨ। ਤਿਨ ਬੇਦੀਆਂ ਕੀ ਕੁਲ ਵਿਖੇ ਪ੍ਰਗਟੇ ਨਾਨਕ ਰਾਏ। ਸਭ ਸਿੱਖਨ ਕੋ ਸੁਖ ਦਏ ਜਹ ਤਹ ਭਏ ਸਹਾਏ। ਤਿਲਕ ਜੰਜੂ ਰਾਖਾ ਪ੍ਰਭ ਤਾਕਾ ਕੀਨੋ ਵੱਡੋ ਕਲੂ ਮਹਿ ਸਾਕਾ। ਸਾਧਨ ਹੇਤੀ ਤੀਜਨ ਕਰੀ ਸੀਸ ਦੀਆ ਪਰਸੀ ਨਾ ਉਚਰੀ। ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ। ਬਰ ਸ਼੍ਰੀ ਹਰਗੋਬਿੰਦ ਹਰ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਗੁਰੂ ਗ੍ਰੰਥ ਪੰਥ ਕੋ ਬੰਦ। ਮੋਕ ਉਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ੍ਹ ਜਾਏ। ਅੰਧ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਏ। ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੈਹੋ ਤੁਮ ਕਥਾ ਸੁਧਾਰੀ। ਪੜ੍ਹੈ ਜਾਹੇ ਵਿਦਿਆਰਥੀ ਵਿਦਿਆ ਹੇਤੰ ਲਹੈ ਸਰਬ ਸ਼ਾਸਤਰਾਨ ਕੋ ਮਦ ਚੇਤੰ। ਤੇਰੇ ਜੋਰ ਮੈਂ ਗੂੰਗਾ ਕਹਿਤਾ ਹਾਂ ਤੇਰਾ ਸਦਕਾ ਤੇਰੀ ਸਰਣ। ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰੀਐ ਕਰ ਨੌ ਨਿਧ ਆਵੈ ਧਾਇ। ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ। ਖੰਡਾ ਪ੍ਰਥਮੈ ਸਾਜਕੈ ਜਿਨ ਸਭ ਸੰਸਾਰੋ ਪਾਇਆ। ਬ੍ਰਹਮਾ ਵਿਸ਼ਨ ਮਹੇਸ਼ ਸਾਜ ਕੁਦਰਤੀ ਦਾ ਖੇਲ ਰਚਾਏ ਬਣਾਇਆ। ਚਰਨ ਚੱਲੋ ਮਾਰਗ ਗੋਬਿੰਦ ਮਿਟਹਿ ਪਾਪ ਜਪੀਐ ਹਰ ਬਿੰਦ। ਉਹ ਗੋਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ੍ਹ ਜਾਏ। ਅੰਧ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਏ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸੱਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸੱਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇਹੀ
ਸਭ ਦੀਪ ਜਨੀਜੈ 64 ਲੱਖ ਜੋਜਨ ਲਖ ਲੀਜੈ ਇਹੀ ਸਭ ਦੀਪ ਜਨੀਜੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਪਤਿਤ ਪਾਵਨ ਦੀਨ ਦਿਆਲ ਭਗਤ ਵਸ਼ਲ ਕਿਰਪਾਲਤਾ ਦੇ ਸਾਗਰ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਪੰਥ ਸਾਹਿਬ ਮਹਾਰਾਜ, ਸ਼ਬਦ ਗੁਰ ਪੀਰਾ ਗਹਿਰ ਗੰਭੀਰਾ। ਸਤਿਗੁਰੂ ਸਾਹਿਬ ਜੀ ਦੇ ਸਨਮੁਖ ਮਹਾਂਪੁਰਖਾਂ ਦੇ ਪਵਿੱਤਰ ਪਾਵਨ ਤਪ ਅਸਥਾਨ 'ਤੇ ਆਪ ਨਿਤਿਅਮ ਪ੍ਰਤੀ ਵਕਤ ਅਨੁਸਾਰ ਮਹਾਂਪੁਰਖਾਂ ਦੀ ਯਾਦ ਦੇ ਵਿੱਚ ਲੜੀਵਾਰ ਗੁਰ ਇਤਿਹਾਸ ਲੰਬੇ ਸਮੇਂ ਤੋਂ ਸਰਵਣ ਕਰਦੇ ਆ ਰਹੇ ਹੋ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰ ਰਹੇ ਹਨ। ਸੋ ਇਸ ਪ੍ਰਕਾਰ ਹੀ ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ, ਕਿਉਂਕਿ ਜਿੱਥੇ ਜਿੱਥੇ ਪ੍ਰਸਿੱਧ ਥਾਵਾਂ 'ਤੇ ਖਾਲਸੇ ਦੀ ਜਨਮ ਸ਼ਤਾਬਦੀ ਮਨਾਈ ਜਾਂਦੀ ਹੈ, ਫਿਰ ਚੌਂ ਚੱਕਾਂ ਦੇ ਵਿੱਚੋਂ ਹੀ ਵਧਾਈਆਂ ਦਾ ਬੋਲਬਾਲਾ, ਮੁਬਾਰਕਾਂ ਦਾ ਬੋਲਬਾਲਾ ਹੋ ਜਾਂਦਾ ਹੈ। ਸੁਬਹ ਅੰਮ੍ਰਿਤ ਵੇਲੇ ਤੋਂ ਹੀ ਆਪਾਂ ਨੇ ਨਿਤਨੇਮ ਦੇ ਨਾਲ ਫਿਰ ਸ੍ਰੀ ਮੁਖਵਾਕ ਜੀ ਦਾ ਵਖਿਆਨ ਰੋਜ਼ ਸਰਵਣ ਕਰਦੇ ਹਾਂ, ਸਰਵਣ ਕੀਤਾ ਸੀਗਾ। ਫਿਰ ਅੰਮ੍ਰਿਤਸਰ ਸਾਹਿਬ ਜੀ ਤੋਂ ਆਪਾਂ ਨੇ ਖਾਲਸੇ ਦੇ ਜਨਮ ਦਿਹਾੜੇ ਦੇ ਸੰਬੰਧ ਦੇ ਵਿੱਚ ਕਥਾ ਕੀਰਤਨ ਬੇਅੰਤ ਰਾਮ ਨਾਮ ਹੈ ਲੁੱਟਾਂ ਕੀਤੀਆਂ ਹਨ। ਫਿਰ ਮਹਾਂਪੁਰਖਾਂ ਦੇ ਜਥੇ ਵੱਲੋਂ ਆਪਾਂ ਨੇ ਅੰਮ੍ਰਿਤ ਵੇਲੇ ਤੋਂ ਕਥਾ ਕੀਰਤਨ ਸਰਵਣ ਕੀਤਾ ਸੀ। ਫਿਰ ਸਾਡੇ ਪਰਮ ਸਤਿਕਾਰਯੋਗ ਬਾਪੂ ਮੱਖਣ ਸਿੰਘ ਜੀ ਤੋਂ ਆਪਾਂ ਕੀਰਤਨ ਤੇ ਧਾਰਨਾ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਸੋ ਇਸ ਤਰ੍ਹਾਂ ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੁਕਾ, ਤੋ ਆਓ ਹਮਾਰੇ ਪਾਸ। ਇਸ ਪ੍ਰਕਾਰ ਆਪਾਂ ਨੇ ਇਹ ਵਿਸਾਖੀ, ਜੋ ਕਿ ਪਹਿਲਾਂ ਫਿੱਕੇ ਅੱਖਰਾਂ ਦੇ ਵਿੱਚ ਇਤਿਹਾਸ ਦੇ ਪੰਨਿਆਂ 'ਤੇ ਲਿਖੀ ਹੋਈ ਸੀ, ਫਿਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਇਸ ਨੂੰ ਹੋਰ ਵੀ ਸੁਨਹਿਰੀ ਅੱਖਰਾਂ ਦੇ ਵਿੱਚ ਲਿਖ ਦਿੱਤਾ ਸੀਗਾ, ਕਿਉਂਕਿ ਉਸ ਯੁੱਗ ਪਲਟਾਊ ਪੁਰਸ਼ ਨੇ ਇਹ ਇੱਕ ਦਿਨ ਦਾ ਕਹਿ ਦਿਓ ਯੁੱਗ ਹੀ ਪਲਟ ਦਿੱਤਾ ਸੀਗਾ। ਅਤੇ ਸਮੇਂ ਦੀ ਸੌੜੀ ਸਿਆਸਤ ਅਤੇ ਸਲਤਨਤ ਨੂੰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਭਰੇ ਚੌਂਕ ਦੇ ਵਿੱਚ ਇਹ ਚੈਲੰਜ ਕਰ ਦਿੱਤਾ ਸੀਗਾ, ਖਾਲਸਾ ਪੰਥ ਸਜਾ ਕਰਕੇ। ਸਮੇਂ ਦੀ ਇਸ ਸਲਤਨਤ ਦੇ ਨਾਲ ਕੋਈ ਵੀ ਖਹਿਣ ਵਾਲਾ, ਕੋਈ ਵੀ ਇਸ ਤੋਂ ਜਵਾਬ ਮੰਗਣ ਵਾਲਾ ਇਸ ਭਾਰਤ ਵਰਸ਼ ਦੇ ਵਿੱਚ ਨਹੀਂ ਸੀ ਬਚਿਆ। ਪ੍ਰੋਫੈਸਰ ਪੂਰਨ ਸਿੰਘ ਜੀ ਇੱਕ ਇਬਾਰਤ ਖਾਲਸੇ ਪੰਥ 'ਤੇ ਲਿਖਦੇ ਹੋਏ ਲਿਖਦੇ ਹੈ ਕਿ ਸਤਿਗੁਰੂ ਜੀ ਨੇ ਅੰਮ੍ਰਿਤ ਤਿਆਰ ਕੀਤਾ, ਉਸ ਵੇਲੇ ਪਹਿਲਾਂ 5 ਬਾਟੇ ਭਰ ਕੇ ਆਪ ਪੀਤੇ। ਸਰੂਪਦਾਸ ਭੱਲਾ ਜੀ ਲਿਖਦੇ ਆ, ਕਹਿੰਦੇ 5 ਬਾਟੇ ਪਹਿਲਾਂ ਮਹਾਰਾਜ ਜੀ ਨੇ ਅੰਮ੍ਰਿਤ ਦੇ ਆਪ ਪੀਤੇ। ਅਤੇ ਕਿਉਂਕਿ ਸਵਾਲ ਪੈਦਾ ਕਰਦੇ ਨਾ ਕਈ, ਕਹਿੰਦੇ ਵੀ ਮਹਾਰਾਜ ਨੇ ਬੇਅੰਮ੍ਰਿਤ ਨਹੀਂ ਛਕਾ ਦਿੱਤਾ ਪੰਜਾਂ ਨੂੰ, ਉਹਨੂੰ ਤਾਂ ਅੰਮ੍ਰਿਤ ਛਕਿਆ ਹੋਇਆ, ਉਹ ਤਾਂ ਛਕਾਉਣ ਵਾਲਾ, ਉਹਨੂੰ ਤਾਂ ਛਕਿਆ ਨਾ ਛਕਿਆ ਇੱਕ ਸਮਾਨ ਹੈ, ਉਹ ਤਾਂ ਆਪ ਅੰਮ੍ਰਿਤ ਰੂਪ ਹੈ, ਉਹ ਤਾਂ ਆਪ ਸਾਰਾ ਉਹਦਾ ਵਜੂਦ ਹੀ ਅੰਮ੍ਰਿਤ ਦਾ ਹੈ। ਸੋ ਇਸ ਪ੍ਰਕਾਰ ਨਾਲ ਸੱਚੇ ਪਾਤਸ਼ਾਹ ਜੀ ਨੇ ਫਿਰ ਉਹਨਾਂ ਪੰਜਾਂ ਨੂੰ ਦਇਆ ਸਿੰਘ, ਧਰਮ ਸਿੰਘ, ਮੋਹਕਮ ਸਿੰਘ, ਹਿੰਮਤ ਸਿੰਘ, ਸਾਹਿਬ ਸਿੰਘ ਬਣਾ ਦਿੱਤਾ ਸੀਗਾ, ਜਿਹੜੇ ਦਿੱਲੀ, ਦਵਾਰਕਾ, ਬਿਦਰ ਅਤੇ ਇਸ ਪ੍ਰਕਾਰ ਲਾਹੌਰ ਆਦਿ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਚਰਨ 'ਚ ਜਗਨਨਾਥਪੁਰੀ ਤੋਂ ਭਾਈ ਮੋਹਕਮ ਚੰਦ ਜੀ
ਚੱਲ ਕਰਕੇ ਆਏ ਸਨ। ਸਾਹਿਬ ਸਿੰਘ ਬਿਦਰ ਤੋਂ, ਦਇਆ ਰਾਮ ਲਾਹੌਰ ਤੋਂ, ਜਿਨ੍ਹਾਂ ਦਾ ਪਿੱਛਾ ਸਿਆਲਕੋਟ ਦਾ ਦੱਸਣਾ ਕੀਤਾ ਹੈ। ਇਸ ਤਰ੍ਹਾਂ ਸਾਹਿਬ ਜੀ ਨੇ ਉਹਨਾਂ ਨੂੰ ਅੱਗੇ ਹੋਰ ਲੋਕਾਂ ਦਾ ਵਿਅਕਤੀਤਾ ਪੱਧਰ ਬਦਲਣ ਦੀ ਜਿਹੜੀ ਸੱਤਿਆ ਤਾਕਤ ਸੀ ਉਹ ਦੇ ਦਿੱਤੀ, ਅਤੇ ਉਹਨਾਂ ਨੇ ਅਨੇਕਾਂ ਲੋਕਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਔਰੰਗਜ਼ੇਬ ਦਾ ਇੱਕ ਪ੍ਰੈਸ ਰਿਪੋਰਟਰ ਅਬੁਲ ਤਰਾਨੀ ਉਸ ਵੇਲੇ ਭੇਸ ਪਲਟਾ ਕਰਕੇ ਅਨੰਦਪੁਰ ਸਾਹਿਬ ਸੰਗਤ ਦੇ ਇਕੱਠ 'ਚ ਬੈਠਾ ਸੀ। ਉਹਨੇ ਰਿਪੋਰਟ ਲਿਖ ਕਰਕੇ ਭੇਜੀ ਸੀ ਕਿ ਪਹਿਲੇ 15 ਦਿਨਾਂ ਦੇ ਵਿੱਚ ਹੀ ਜਦੋਂ ਸੱਚੇ ਪਾਤਸ਼ਾਹ ਨੇ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਬਖਸ਼ੀ ਤਾਂ ਪਹਿਲੇ 15 ਦਿਨਾਂ ਦੇ ਵਿੱਚ ਹੀ 25 ਤੋਂ 40 ਹਜ਼ਾਰ ਲੋਕਾਂ ਨੇ ਅੰਮ੍ਰਿਤ ਪਾਨ ਕਰ ਲਿਆ ਸੀ ਅਨੰਦਪੁਰ ਸਾਹਿਬ ਵਿਖੇ। ਪਹਿਲੇ ਦਿਨ ਜਦੋਂ ਸਤਿਗੁਰੂ ਸਾਹਿਬ ਜੀ ਨੇ ਪੰਜਾਂ ਨੂੰ ਅੰਮ੍ਰਿਤ ਦੀ ਦਾਤ ਬਖਸ਼ੀ, ਉਸ ਤੋਂ ਬਾਅਦ ਪੰਜਾਂ ਨੇ ਕਹਿੰਦੇ 10,000 ਪ੍ਰਾਣੀਆਂ ਨੂੰ ਅੰਮ੍ਰਿਤ ਦੀ ਦਾਤ ਦੂਜੇ ਦਿਨ ਹੀ ਪ੍ਰਦਾਨ ਕਰ ਦਿੱਤੀ ਸੀ। ਅਤੇ ਫਿਰ ਉਸ ਅਬੁਲ ਤਰਾਨੀ ਨੇ ਲਿਖ ਕਰਕੇ ਭੇਜਿਆ ਸੀ ਕਿ ਇਹ ਕਾਮਲ ਮੁਰਸ਼ਦ ਹੈ, ਕਿਉਂਕਿ ਇਸ ਨੇ ਜਿਹੜੇ ਤਲਵਾਰ ਦੇ ਨਾਲ ਸੀਸ ਕਲਮ ਕਰਕੇ ਹਿਕਮਤ ਅਮਲ ਦੇ ਨਾਲ ਦੁਬਾਰਾ ਜੋੜ ਦਿੱਤੇ ਹਨ। ਕਿਉਂ? ਸਤਿਗੁਰ ਮੇਰਾ ਮਾਰ ਜੀਵਾਲੈ, ਸਤਿਗੁਰ ਮੇਰਾ ਸਰਬ ਪ੍ਰਤਪਾਲੈ, ਸਤਿਗੁਰ ਮੇਰੇ ਕੀ ਵਡਿਆਈ ਪ੍ਰਗਟ ਭਈ ਹੈ ਸਭਨੀ ਥਾਈ। ਇਸ ਤਰ੍ਹਾਂ ਇਸ ਦੀ ਵਡਿਆਈ ਵੱਡੀ ਹੈ। ਅਤੇ ਔਰੰਗਜ਼ੇਬ ਤੂੰ ਐਸੇ ਜਿਹੜਾ ਸਿਰਾਂ ਨੂੰ ਤੋੜ ਕਰਕੇ ਫੇਰ ਜੋੜ ਸਕਦਾ ਹੈ, ਉਹਦੇ ਨਾਲ ਟੱਕਰ ਨਾ ਲੈ। ਜੇ ਤੂੰ ਇਸ ਦਰ ਘਰ ਨਾਲ ਟੱਕਰ ਲਵੇਂਗਾ ਤਾਂ ਫਿਰ ਤੂੰ ਨੇਸ ਤੋਂ ਨਾਬੂਦ ਹੋ ਜਾਵੇਂਗਾ। ਸਾਰੀ ਹੀ ਸਲਤਨਤ ਹੈ ਜਿਹੜੀ ਉਹ ਸਦੀਆਂ ਤੋਂ ਉਸਰੀ ਹੋਈ, ਕੁਛ ਹੀ ਚੰਦ ਸਾਲਾਂ ਦੇ ਵਿੱਚ ਮਿੱਟੀ ਦੇ ਵਿੱਚ ਮਿਲ ਜਾਵੇਗੀ। ਇਸ ਤਰ੍ਹਾਂ ਅਬੁਲ ਤਰਾਨੀ ਨੇ ਲਿਖ ਕਰਕੇ ਭੇਜਿਆ ਅਤੇ ਆਪ ਅਬੁਲ ਤਰਾਨੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਹੀ ਆਨੰਦਪੁਰ ਸਾਹਿਬ ਰਹਿਣ ਲੱਗ ਪਿਆ ਸੀ। ਫਿਰ ਉਹਨੇ ਇੱਕ ਹੋਰ ਰਿਪੋਰਟ ਭੇਜੀ ਅਤੇ ਆਪਣੇ ਆਪ 'ਤੇ ਗਿਲਾ ਜ਼ਾਹਰ ਕੀਤਾ ਕਿ ਜੇ ਮੈਨੂੰ ਪਤਾ ਹੁੰਦਾ ਕਿ ਸਤਿਗੁਰੂ ਸਾਹਿਬ ਜੀ ਨੇ ਇਸ ਤਰ੍ਹਾਂ ਨਾਲ ਸੀਸ ਵੱਢ ਕਰਕੇ ਜੋੜ ਦੇਣੇ ਆ ਤਾਂ ਮੈਂ ਜ਼ਰੂਰ ਉਹਨਾਂ ਪੰਜਾਂ ਦੇ ਵਿੱਚ ਸ਼ਾਮਲ ਹੁੰਦਾ। ਮੈਂ ਉਹਨਾਂ ਪੰਜਾਂ ਦੇ ਵਿੱਚ ਜਦੋਂ ਆਵਾਜ਼ 'ਤੇ ਆਵਾਜ਼ ਸਾਹਿਬ ਜੀ ਦੇ ਰਹੇ ਸਨ, ਇਹ ਆਵਾਜ਼ ਨਹੀਂ ਸੀ, ਇਹ ਇੱਕ 84 ਦੀ ਬੇੜੀ ਕੱਟਣ ਵਾਸਤੇ, ਗੁਲਾਮੀ ਦਾ ਰੱਸਾ ਵੱਢਣ ਵਾਸਤੇ ਸਾਹਿਬ ਜੀ ਵੱਲੋਂ ਵੰਗਾਰ ਸੀ। ਉਸ ਵੰਗਾਰ ਨੂੰ ਸੁਣ ਕੇ ਜੇਕਰ ਮੈਨੂੰ ਪਤਾ ਹੁੰਦਾ ਤਾਂ ਮੈਂ ਵੀ ਸਿਰ ਦੇ ਕਰਕੇ ਅੰਮ੍ਰਿਤ ਪਾਨ ਕਰ ਲੈਂਦਾ। ਦੱਸਦੇ ਹਨ ਕਿ ਉਸਨੇ ਬਾਅਦ ਦੇ ਵਿੱਚ ਆਨੰਦਪੁਰ ਸਾਹਿਬ ਦੀ ਸੇਵਾ ਦੇ ਵਿੱਚ ਰਹਿ ਕੇ ਆਪਣਾ ਸਮਾਂ ਬਤੀਤ ਕੀਤਾ ਸੀ। ਸਤਿਗੁਰੂ ਸਾਹਿਬ ਜੀ ਦਾ ਇੰਨਾ ਪ੍ਰਭਾਵ ਉਸ ਦਿੱਲੀ ਸਰਕਾਰ ਦੇ ਪ੍ਰੈਸ ਰਿਪੋਰਟਰ ਅਬੁਲ ਤਰਾਨੀ 'ਤੇ, ਜੋ ਕਿ ਲਿਖਤੀ ਪ੍ਰਿੰਟ ਮੀਡੀਆ ਸੀਗਾ, ਲਿਖਤੀ ਲਿਖਤਾਂ ਨੂੰ ਲਿਖਦਾ ਸੀ। ਖੂਫੀਆ ਰਿਪੋਰਟਾਂ ਜਿਹੜੀਆਂ ਸੀ, ਉਹ ਇੱਕ ਡਿਟੈਕਟਿਵ ਸੀਗਾ, ਜਸੂਸ ਸੀਗਾ, ਪਰ ਉਹਨੇ ਫਿਰ ਸੱਚੇ ਪਾਤਸ਼ਾਹ ਦੇ ਦਰ ਘਰ ਦੀ ਜਸੂਸੀ ਕਰਨੀ ਤਿਆਗ ਕੇ ਸਾਹਿਬ ਸੱਚੇ ਪਾਤਸ਼ਾਹ ਦੇ ਦਰ ਦੀ ਇਸ ਅੰਮ੍ਰਿਤ ਦੀ ਘਟਨਾ ਤੋਂ ਪ੍ਰਭਾਵਿਤ ਹੋ ਕੇ ਸੇਵਾ ਨੂੰ ਕਬੂਲ ਕਰ ਲਿਆ ਸੀ। ਸੋ ਇਸ ਪ੍ਰਕਾਰ ਨਾਲ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਬਖਸ਼ਿਸ਼ ਆਨੰਦਪੁਰ ਦੇ ਕੇਸਗੜ੍ਹ ਸਾਹਿਬ ਦੇ ਮੈਦਾਨ ਦੇ ਵਿੱਚ, ਜਿਸ ਨੂੰ ਅੱਜ ਕਿਲ੍ਹਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਕਿਹਾ ਜਾਂਦਾ ਹੈ, ਉੱਥੇ ਹੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅਮੋਲਕ ਇਤਿਹਾਸਕ ਸ਼ਸਤਰ ਬਚਿੱਤਰ ਸਿੰਘ ਦੀ ਧੂ ਨਾਗਣੀ ਅਤੇ ਫਿਰ ਜੋ ਸੰਢੌਰੇ ਦੇ ਪੀਰ ਨੂੰ ਸਾਹਿਬ ਜੀ ਨੇ ਆਪਣੀ ਦਸਤਾਰ, ਕੇਸ ਅਤੇ ਕੰਘਾ ਬਖਸ਼ਿਸ਼ ਕੀਤਾ ਸੀ, ਉਹ ਬਾਅਦ ਦੇ ਵਿੱਚ ਬੰਦੇ ਬਹਾਦਰ ਨੂੰ ਪ੍ਰਾਪਤ ਹੋ ਗਿਆ ਸੀ। ਜਦੋਂ ਸੰਢੌਰੇ ਵਾਲੇ ਪੀਰ ਬੁੱਧੂ ਸ਼ਾਹ ਜੀ ਦੀ ਅੰਸ ਵੰਸ ਉਹਨਾਂ ਚੀਜ਼ਾਂ ਨੂੰ ਸੰਭਾਲਣ ਦੇ ਕਾਬਲ ਨਾ ਰਹੀ, ਸਰੀਰ ਨਾ ਰਹੇ, ਤਾਂ ਉਹਨਾਂ ਨੇ ਫਿਰ ਇਹ ਵਸਤੂਆਂ ਬੰਦਾ ਸਿੰਘ ਬਹਾਦਰ ਨੂੰ, ਭਾਈ ਬਾਜ ਸਿੰਘ ਜੀ ਨੂੰ ਸੌਂਪ ਦਿੱਤੀਆਂ ਸੀ ਸੰਢੌਰੇ ਦੀ ਫਤਿਹ ਵੇਲੇ। ਉਦੋਂ ਦੀਆਂ ਉਹ ਜਿਹੜੀਆਂ ਚੀਜ਼ਾਂ ਬਾਅਦ ਦੇ ਵਿੱਚ ਸਿੱਖ ਰਿਆਸਤਾਂ ਦੇ ਹੱਥ ਵੀ ਆਈਆਂ, ਅਤੇ ਅੱਜ ਕੱਲ੍ਹ ਉਹਨਾਂ ਅਮੋਲਕ
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀਆਂ ਚੀਜ਼ਾਂ ਨਹੀਂ ਉਹਨਾਂ ਨੂੰ ਕਿਹਾ ਜਾਈਦਾ। ਚੀਜ਼ਾਂ ਤਾਂ ਪਦਾਰਥ ਨੇ, ਮਿੱਟੀ ਤੋਂ ਬਣੇ, ਹੋਰ ਤੋਂ, ਪਰ ਇਹ ਕੇਸ ਕੰਘਾ ਤਾਂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਰੀਰ ਦਾ ਅੰਗ ਹੈ। ਜਿਵੇਂ ਪੰਜ ਕਕਾਰ ਸਾਡੇ ਇਹ ਵੱਖਰੀਆਂ ਵਸਤੂਆਂ ਨਹੀਂ, ਇਹ ਸਾਡੇ ਸਰੀਰ ਦਾ ਅੰਗ ਨੇ। ਇਸ ਤਰ੍ਹਾਂ ਕੇਸ ਕੰਘਾ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਰੀਰ ਦਾ ਅੰਗ ਹੈ। ਸੋ ਉਹ ਜਿਹੜਾ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਰੀਰ ਦਾ ਅੰਗ ਹੈ, ਉਹ ਤਖਤ ਕੇਸਗੜ੍ਹ ਸਾਹਿਬ ਵਿਖੇ ਜਾ ਕੇ ਕਦੇ ਵੀ ਦਰਸ਼ਨ ਕਰੋ ਤਾਂ ਜਦੋਂ ਆਪਾਂ ਪਰਿਕਰਮਾ ਘੁੰਮ ਕੇ ਉੱਪਰ ਦੀ ਆਉਂਦੇ ਹਾਂ ਤਾਂ ਉੱਥੇ ਡੱਬੀ ਦੇ ਵਿੱਚ ਮਹਾਰਾਜ ਜੀ ਦੇ ਜਿਹੜੇ ਕੇਸ ਤੇ ਉਹ ਕੰਘਾ ਸੰਭਾਲ ਕਰਕੇ ਸਤਿਕਾਰ ਨਾਲ ਦਰਸ਼ਨਾਂ ਵਾਸਤੇ ਰੱਖਿਆ ਹੋਇਆ ਸਾਨੂੰ ਮਿਲਦਾ ਹੈ, ਜਿਹਦੇ ਦਰਸ਼ਨ ਕਰਕੇ ਇੱਕ ਨਵੀਂ ਸੋਚ, ਇੱਕ ਨਵਾਂ ਖਿਆਲ ਸਿੱਖ ਦੇ ਹਿਰਦੇ ਦੇ ਵਿੱਚ ਉਤਪੰਨ ਹੁੰਦਾ ਹੈ ਕਿ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਕਿ ਭਾਈ ਅੰਮ੍ਰਿਤ ਪਾਨ, ਹਰ ਅੰਮ੍ਰਿਤ ਪਾਨ ਕਰੋ, ਕਿ ਹਰੀ ਪ੍ਰਮਾਤਮਾ ਦਾ ਨਾਮ ਅੰਮ੍ਰਿਤ ਹੈ। ਇਹਨੂੰ ਪੰਜਾਂ ਪਿਆਰਿਆਂ ਦੁਆਰੇ, ਇਹਨੂੰ ਸਮਝਵਾਨਾਂ ਗਿਆਨਵਾਨਾਂ ਦੁਆਰੇ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਤੇ ਕਕਾਰਾਂ ਦੁਆਰੇ ਜਿਹੜਾ ਪਾਨ ਕਰੋ, ਪਹਿਨਣਾ ਕਰੋ, ਪੀਣਾ ਕਰੋ, ਇਹ ਚਿਣਗ ਉੱਠਦੀ ਹੈ। ਤੋ ਇਸ ਚਿਣਗ ਤੋਂ ਹਰ ਸਾਲ ਤੇ ਅਨੇਕਾਂ ਪ੍ਰਾਣੀ ਜਿਹੜੇ ਬੇਮੁਖਤਾਈ ਦੀ, ਨਿਗੁਰੇਪਣ ਦੀ ਜੂਠ ਨੂੰ ਤਿਆਗ ਕੇ, ਇਹ ਜੂਠ ਹੈ, ਨਿਗੁਰੇਪਣ ਦੀ ਜੂਠ ਹੈ, ਬੇਮੁਖਤਾਈ ਦੀ ਜੂਠ ਉਹਨਾਂ ਚਿਰ ਲੈਂਦੀ ਨਹੀਂ ਜਿੰਨਾ ਚਿਰ ਖੰਡੇ ਵਾਟੇ ਦਾ ਅੰਮ੍ਰਿਤ ਨਹੀਂ ਛਕਦਾ। 1999 ਦੇ ਵਿੱਚ ਸਾਡੇ ਤਖਤ ਨੇ ਐਲਾਨ ਕਰਤਾ ਸੀ, ਸ਼੍ਰੋਮਣੀ ਕਮੇਟੀ ਨੇ, ਬਈ ਅਸੀਂ 2000 ਸਨ ਤੱਕ, 2002 ਤੱਕ ਸਾਰੀ ਸਿੱਖ ਕੌਮ ਅੰਮ੍ਰਿਤਧਾਰੀ ਕਰ ਲਵਾਂਗੇ। ਪਰ ਉਹ ਗੱਲ ਹੋਈ ਨਹੀਂ ਹੈ, ਕਿਉਂਕਿ ਦਿਨੋਂ ਦਿਨ ਜਿਹੜੇ ਪਤਤ ਵੱਧ ਰਹੇ ਆ, ਖੰਡੇ ਬਾਟੇ ਦੇ ਅੰਮ੍ਰਿਤ ਨੂੰ ਜਿੱਥੇ ਲੋਕ ਘੱਟ ਗਿਣਤੀ 'ਚ ਛਕ ਰਹੇ ਆ, ਉੱਥੇ ਵੱਧ ਗਿਣਤੀ ਦੇ ਵਿੱਚ ਜਿਹੜੀ ਕੌਮ ਹੈ ਉਹ ਪਤਤ ਵੀ ਹੋ ਰਹੀ ਹੈ। ਸੋ ਪਤਤ ਪੁਣੇ ਦੀ ਜੋਟ ਨੂੰ ਉਤਾਰ ਕੇ ਇਹ ਨਿਗੁਰਾ ਪੁਣਾ ਹੈ, ਪਤਤ ਪੁਣੇ ਦੀ ਜੋਟ ਹੈ ਕਿ ਆਪਣੇ ਧਰਮ ਤੋਂ ਦੀਕਸ਼ਿਤ ਨਾ ਹੋਣਾ। ਸੋ ਜਿਹੜੇ ਜਿਹੜੇ ਦੀਕਸ਼ਿਤ ਹੁੰਦੇ ਹਨ ਉਹ ਗੁਰੂ ਕੇ ਜਹਾਜ਼ ਬੇੜੇ ਤੇ ਚੜ੍ਹ ਜਾਂਦੇ ਹਨ। ਬੇਦੀਕਸ਼ਿਤ ਹੋਇਆਂ ਨਗੁਰਿਆਂ ਦਾ 100 ਕਰਮ, ਉਹ 100 ਵਾਰ ਸੇਵਾ ਕਰਨ। ਅਤੇ ਜਿਹੜਾ ਰਹਿਤ ਦੇ ਵਿੱਚ ਪ੍ਰਪੱਕ ਅੰਮ੍ਰਿਤਧਾਰੀ ਹੈ, ਨਿਤਨੇਮੀ ਗੁਰਸਿੱਖ ਹੈ, ਉਹ ਇੱਕ ਵਾਰੀ ਇੱਕ ਕਰਮ ਸੇਵਾ ਦਾ ਕਰੇ ਤਾਂ 99 ਦਾ ਫਲ ਉਹਨੂੰ ਉੱਦਾਂ ਹੀ ਖਾਤੇ 'ਚ ਜੁੜ ਜਾਂਦਾ ਹੈ। ਇੰਨਾ ਜਿਹੜਾ ਅੰਮ੍ਰਿਤ ਛਕਣ ਦਾ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕਰਕੇ ਇਹ ਬਖਸ਼ਿਸ਼ ਕੀਤੀ ਹੈ, ਇਹ ਜਿਹੜਾ ਮਹੱਤਵ ਦੱਸਿਆ ਹੈ। ਸੋ ਐਸਾ ਮਹੱਤਵ ਵਾਲਾ ਅੰਮ੍ਰਿਤ ਹੁਣ ਜਿਹੜੀ ਵਿਸਾਖੀ ਹੈ, ਪਹਿਲਾਂ ਤਾਂ ਨਨਕਾਣਾ ਸਾਹਿਬ, ਪੰਜਾ ਸਾਹਿਬ ਮਨਾਈ ਜਾਂਦੀ ਹੈ, ਪਹਿਲਾਂ ਤੋਂ ਉੱਥੇ ਮਨਾਈ ਜਾਂਦੀ ਹੈ। ਦੂਜੇ ਥਾਂ 'ਤੇ ਵਿਸਾਖੀ ਗੋਇੰਦਵਾਲ ਸਾਹਿਬ ਵਿਖੇ 13 ਅਪ੍ਰੈਲ ਨੂੰ ਮਨਾਈ ਜਾਂਦੀ ਹੈ। ਤੀਜੇ ਥਾਂ 'ਤੇ ਤਰਨ ਤਾਰਨ ਸਾਹਿਬ ਵਿਖੇ ਵਿਸਾਖੀ ਹੈ ਜਿਹੜੀ ਮਨਾਈ ਜਾਂਦੀ ਹੈ। ਚੌਥੇ ਥਾਂ 'ਤੇ ਖਡੂਰ ਸਾਹਿਬ ਵਿਖੇ ਵਿਸਾਖੀ ਦਾ ਤਿਉਹਾਰ ਜਿਹੜਾ ਭਰਦਾ ਹੈ। ਇਸ ਤਰ੍ਹਾਂ ਨਾਲ ਵਿਸਾਖੀ ਅੰਮ੍ਰਿਤਸਰ ਸਾਹਿਬ ਵਿਖੇ ਵਿਸ਼ੇਸ਼ ਕਰਕੇ ਕੱਲ੍ਹ ਵੀ ਦੱਸਿਆ ਮਨਾਈ ਜਾਂਦੀ ਹੈ। ਹੋਰ ਵੀ ਸ਼ਹੀਦੀ ਸਾਕੇ ਦੇ ਨਾਲ ਜੁੜੇ ਹੋਏ ਹਨ। ਫਿਰ ਵਿਸਾਖੀ ਦਾ ਤਿਉਹਾਰ ਹੈ ਜੋ ਖਾਲਸਾ ਪੰਥ ਦਾ ਸਾਜਨਾ ਦਿਵਸ, ਇਹ ਖਾਸ ਕਰਕੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ, ਕਿਉਂਕਿ ਪਹਿਲੀ ਵਾਰ ਉੱਥੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅੰਮ੍ਰਿਤ ਛਕਾਉਣਾ ਕੀਤਾ, ਮਨਾਇਆ ਜਾਂਦਾ ਹੈ। ਸੋ ਦੂਜੀ ਵਾਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਅੰਮ੍ਰਿਤ ਛਕਾ ਹਟੇ, 1699 'ਚ ਅੰਮ੍ਰਿਤ ਛਕਾਇਆ। 1700 ਸਨ ਦੇ ਵਿੱਚ ਮਹਾਰਾਜ ਜੀ ਨੇ ਹੋਲੇ ਮਹੱਲੇ ਦੀ ਪਰੰਪਰਾ ਕਾਇਮ ਕੀਤੀ। ਆਪਾਂ ਪਿੱਛੇ ਸਰਵਣ ਕੀਤਾ 1700 ਸਨ ਦੇ ਵਿੱਚ। ਅਤੇ ਇਸ ਤਰ੍ਹਾਂ 1700 ਸਨ ਦੇ ਵਿੱਚ ਹੋਲਾ ਮਹੱਲਾ ਪਰੰਪਰਾ ਕਾਇਮ ਕਰਨ ਤੋਂ ਬਾਅਦ ਸਤਿਗੁਰੂ ਸਾਹਿਬ ਜੀ ਨੂੰ ਬਸ ਅੰਮ੍ਰਿਤ ਛਕਾਉਣ ਤੋਂ ਇਹ 1.5 ਸਾਲ ਦੇ ਵਕਫੇ ਦੇ ਵਿੱਚ ਹੀ ਅਨੰਦਪੁਰ ਸਾਹਿਬ ਛੱਡਣਾ ਪੈ ਗਿਆ। ਬਹੁਤਾ ਸਮਾਂ ਨਹੀਂ ਪ੍ਰਾਪਤ ਹੋਇਆ ਬਾਅਦ ਦੇ ਵਿੱਚ ਅਨੰਦਪੁਰ ਸਾਹਿਬ ਰਹਿਣ ਦਾ। ਖਾਲਸੇ ਨੂੰ ਸਜਾ ਕੇ ਹੋਲੇ ਮਹੱਲੇ ਦੀ ਪਰੰਪਰਾ ਨੂੰ ਕਾਇਮ ਕਰਕੇ ਮਹਾਰਾਜ ਜੀ ਨੂੰ ਅਨੰਦਪੁਰ 'ਚ ਬਸ ਸਾਲਕ ਦਾ ਸਮਾਂ ਮਸਾਂ ਹੀ ਟਿਕਣਾ ਮਿਲਿਆ ਹੈ। ਉਸ ਤੋਂ ਬਾਅਦ 1 ਸਾਲ ਦਾ ਸਮਾਂ ਸਤਿਗੁਰੂ ਸਾਹਿਬ ਜੀ ਨੂੰ ਅਨੰਦਪੁਰ ਸਾਹਿਬ ਤੋਂ ਛੱਡ ਕੇ ਆਉਂਦਿਆਂ ਜਾਂਦਿਆਂ ਤਲਵੰਡੀ ਸਾਬੋ ਵਿਖੇ ਪਹੁੰਚਣ ਨੂੰ ਲੱਗ ਗਿਆ, ਕਿਉਂਕਿ ਉੱਥੇ 6ਵੇਂ ਅਤੇ 9ਵੇਂ ਗੁਰੂ ਸਾਹਿਬਾਨ ਜੀ ਦੇ ਬਚਨ ਸਨ।
ਸੱਤਵੇਂ ਗੁਰੂ ਸਾਹਿਬ ਗੁਰੂ ਹਰਿਰਾਏ ਸਾਹਿਬ ਜੀ ਬਚਨ ਕਰਕੇ ਆਏ ਸਨ। ਲੱਖੀ ਜੰਗਲ ਦੇ ਇਲਾਕੇ 'ਚ ਵਿਚਰੇ ਸਨ ਕਿ 10ਵੇਂ ਜਾਮੇ ਦੇ ਵਿੱਚ ਆ ਕਰਕੇ ਇੱਥੇ ਵੱਡਾ ਇਕੱਠ ਕਰਾਂਗੇ, ਅੰਮ੍ਰਿਤ ਪਾਨ ਕਰਵਾਵਾਂਗੇ। ਸੋ ਇਸ ਕਰਕੇ ਜਦੋਂ ਸੱਚੇ ਪਾਤਸ਼ਾਹ ਮਹਾਰਾਜ ਅਨੰਦਪੁਰ ਸਾਹਿਬ ਤੋਂ ਪਰਿਵਾਰ ਵਿਛੋੜੇ ਤੋਂ ਬਾਅਦ ਚੱਲਦੇ ਚੱਲਦੇ ਅਨੇਕਾਂ ਨਗਰਾਂ ਵਿੱਚ ਦੀ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਮਾਰਗ ਬਣਿਆ ਹੋਇਆ ਹੈ, 1977 ਦੇ ਵਿੱਚ ਗਿਆਨੀ ਜੈਲ ਸਿੰਘ ਨੇ ਇਹ ਆਨੰਦਪੁਰ ਸਾਹਿਬ ਤੋਂ 76-77 ਦੇ ਵਿੱਚ ਗੁਰੂ ਗੋਬਿੰਦ ਸਿੰਘ ਮਾਰਗ ਜਿੱਧਰ ਜਿੱਧਰ ਦੀ ਗਏ ਉਹਨਾਂ ਪਿੰਡਾਂ ਰਾਸਤੇ ਦੁਆਰੇ ਕੱਢਿਆ ਜੋ 540 ਕਿਲੋਮੀਟਰ ਹੈ। ਸੋ ਉਹ 540 ਕਿਲੋਮੀਟਰ ਸੱਚੇ ਪਾਤਸ਼ਾਹ ਜਿੱਧਰ ਜਿੱਧਰ ਦੀ ਤਲਵੰਡੀ ਸਾਬੋ ਪਹੁੰਚੇ। ਵਿਸਾਖ ਦੇ ਵਿੱਚ ਮੁਕਤਸਰ ਦਾ ਖਿਦਰਾਣੇ ਦੀ ਢਾਬ ਦਾ ਜੰਗ ਕੀਤਾ ਵਿਸਾਖ ਦੇ ਵਿੱਚ, ਅਤੇ ਉੱਥੇ ਸਤਿਗੁਰੂ ਸਾਹਿਬ ਜੀ ਨੇ ਉਹਨੂੰ ਮੁਕਤਸਰ ਦਾ ਖਿਤਾਬ ਦਿੱਤਾ। ਇਸ ਤਰ੍ਹਾਂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਅੱਗੇ ਵਿਚਰਦੇ ਵਿਚਰਾਉਂਦੇ ਬਠਿੰਡੇ ਆ ਕਰਕੇ ਰੁਕੇ। ਬਠਿੰਡੇ ਤੋਂ ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਜਿਸ ਵੇਲੇ ਜੱਸੀ ਨਗਰ ਦੇ ਵਿੱਚ ਚੱਲੇ ਤਾਂ ਜੱਸੀ ਨਗਰ ਦੇ ਵਿੱਚ ਆ ਕਰਕੇ ਮਹਾਰਾਜ ਜੀ ਬੈਠੇ। ਸਿੰਘ ਕਹਿਣ ਲੱਗੇ, ਮਹਾਰਾਜ ਸਾਨੂੰ ਤਾਂ ਬਹੁਤ ਭੁੱਖ ਲੱਗੀ ਹੈ। ਮਹਾਰਾਜ ਕਹਿੰਦੇ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਬੁਰੀਆਂ ਭਾਰ। ਮਹਾਰਾਜ ਕਹਿੰਦੇ, ਇੰਨੇ ਤਾਂ ਆਪਾਂ ਬਲਟੋਹੇ ਦੇਗਾਂ ਕੜਾਹ ਪ੍ਰਸ਼ਾਦ ਦੇ ਛਕ ਗਏ, ਇੰਨੇ ਘਿਓ ਦੇ, ਅਜੇ ਜਿਹੜੇ ਭੁੱਖ ਲੱਗੀ ਹੈ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਥੋੜ੍ਹਾ ਜਿਹਾ ਧੀਰਜ ਰੱਖੋ, ਹੁਣੇ ਹੀ ਭੋਜਨ ਆਉਂਦਾ ਹੈ। ਤਾਂ ਉਸ ਵੇਲੇ ਥੋੜ੍ਹਾ ਜਿਹਾ ਧੀਰਜ ਰੱਖਿਆ, ਭੋਜਨ ਪ੍ਰਾਪਤ ਨਾ ਹੋਇਆ। ਤਾਂ ਪਿੰਡ ਦੇ ਵਿੱਚ ਇਸ ਗੱਲ ਦਾ ਪਤਾ ਲੱਗਾ ਕਿ ਗੁਰੂ ਗੋਬਿੰਦ ਸਿੰਘ ਜੀ ਆਏ ਹੈ ਅਤੇ ਉਹਨਾਂ ਦੇ ਸਿੰਘਾਂ ਨੂੰ ਭੁੱਖ ਲੱਗੀ ਹੈ। ਸੋ ਉਸ ਵੇਲੇ ਉਹਨਾਂ ਨੇ ਕੀ ਕੀਤਾ, ਜੱਸੀ ਨਗਰ ਦੇ ਲੋਕਾਂ ਕੋਲ ਗੁੜ ਸੀ, ਬਹੁਤ ਘਰਾਂ ਦੇ ਵਿੱਚ ਪਿਆ ਹੋਇਆ ਗੁੜ ਦਾ ਕਹਿ ਲਓ ਕੰਮ ਕਰਦੇ ਸੀ, ਜਾਂ ਕਹਿ ਲਓ ਕਮਾਦ ਬੀਜਦੇ ਸੀ, ਵੇਲ ਕੇ ਪੀੜ ਕੇ ਕੱਢਦੇ ਸੀ, ਬਣਾਉਂਦੇ ਸੀ। ਇਸ ਤਰ੍ਹਾਂ ਉਹ ਗੁੜ ਅਤੇ ਦੁੱਧ ਲੈ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਕੋਲ ਆਏ। ਉਹਨਾਂ ਨੇ ਗੁੜ ਅਤੇ ਦੁੱਧ ਨਾਲ ਸੇਵਾ ਕੀਤੀ। ਜੋ ਗੁੜ ਅਤੇ ਦੁੱਧ ਨਾਲ ਸੇਵਾ ਕੀਤੀ, 2.5 ਸੇਰ ਤੋਂ 5 ਸੇਰ ਤੱਕ ਗੁੜ ਹੈ ਜਿਹੜਾ ਉਹ ਇੱਕ ਇੱਕ ਸਿੰਘ ਛਕ ਗਿਆ। ਜਿਹੜੀ ਨਾਲ ਸੰਗਤ ਸੀ, ਮਤਲਬ ਖੁੱਲ੍ਹਾ ਗੁੜ ਅਤੇ ਖੁੱਲ੍ਹਾ ਦੁੱਧ, ਇਹ ਇੱਕ ਬਹੁਤ ਤਾਕਤਵਰ ਖੁਰਾਕ ਸੀ। ਗੁੜ ਵੀ ਦੇਸੀ ਜਿਹੜਾ ਬਹੁਤ ਤਾਕਤਵਰ, ਅਤੇ ਦੁੱਧ ਵੀ ਜਿਹੜਾ ਦੇਸੀ, ਬਿਨਾਂ ਕਿਸੇ ਜ਼ਹਿਰ ਤੋਂ, ਬਿਨਾਂ ਕਿਸੇ ਮਿਲਾਵਟ ਤੋਂ ਤਾਕਤਵਰ। ਅਤੇ ਉਹ ਉਹਨਾਂ ਨੇ ਜਦੋਂ ਛਕ ਕੇ ਨਿਹਾਲ ਹੋ ਗਏ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਵੀ ਉਹਨਾਂ ਨੇ ਗੁੜ ਅਤੇ ਦੁੱਧ ਸੀ ਜਿਹੜਾ ਛਕਾਇਆ। ਬੇਨਤੀ ਥਾਲ ਭਰ ਕੇ ਮਹਾਰਾਜ ਜੀ ਨੂੰ ਕਹਿਣ ਲੱਗੇ, ਮਹਾਰਾਜ ਜੀ ਤੁਸੀਂ ਵੀ ਇਹ। ਮਹਾਰਾਜ ਕਹਿੰਦੇ, ਮੈਂ ਇੰਨਾ ਨਹੀਂ ਖਾ ਸਕਦਾ ਜਿੰਨਾ ਇਹ ਖਾ ਗਏ ਹਨ। ਕੋਈ 5 ਕਿੱਲੋ ਖਾ ਗਿਆ, ਕੋਈ 2.5 ਕਿੱਲੋ ਖਾ ਗਿਆ, ਮੈਂ ਇੰਨਾ ਗੁੜ ਨਹੀਂ ਖਾ ਸਕਦਾ। ਉਹ ਕਹਿੰਦੇ, ਫਿਰ ਵੀ ਮਹਾਰਾਜ ਤੁਸੀਂ ਥਾਲ ਦੇ ਵਿੱਚੋਂ ਜਿੰਨਾ, ਉਹ ਫਿਰ ਵੀ ਮਹਾਰਾਜ ਜੀ ਨੇ ਪਾਈਆ ਅੱਧ ਸੇਰ ਜਿੰਨਾ ਛਕ ਸਕਦੇ ਸੀ, ਉਹਨਾਂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਿਹੜਾ ਉੱਥੇ ਗੁੜ ਛਕਿਆ। ਗੁੜ ਛਕ ਕੇ ਅਤੇ ਬਾਟਾ ਜਿਹੜਾ ਦੁੱਧ ਦਾ ਛਕਿਆ। ਤਾਂ ਫਿਰ ਮਹਾਰਾਜ ਜੀ ਨੇ ਪ੍ਰਸੰਨ, ਇੰਨਾ ਗੁੜ ਕਦੇ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਨੇ ਨਹੀਂ ਖਾਧਾ ਹੋਣਾ। ਖਾਧਾ ਤਾਂ ਹੋਊਗਾ, ਉਹਨਾਂ ਨੂੰ ਕੀ ਘਾਟਾ ਸੀ, ਪਰ ਇਸ ਤਰ੍ਹਾਂ ਉਹਨਾਂ ਨੇ ਗੁੜ ਦੁੱਧ ਦੇ ਨਾਲ ਅੱਧਾ ਸੇਰ ਕਦੇ ਪਹਿਲੀ ਵਾਰ ਮਤਲਬ ਖਾਧਾ ਹੋਣਾ ਹੈ। ਤਾਂ ਇਸ ਤਰ੍ਹਾਂ ਸਾਹਿਬ ਜੀ ਨੇ ਜਦੋਂ ਗੁੜ ਛਕਿਆ, ਦੁੱਧ ਛਕਿਆ, ਤਾਂ ਪ੍ਰਸੰਨ ਹੋ ਕਰਕੇ ਕਹਿਣ ਲੱਗੇ, ਜੱਸੀ ਆਏ ਚੱਲੇ ਗੁੜ ਖਾਏ ਚੱਲੇ, ਜੱਸੀ ਆਏ ਚੱਲੇ ਗੁੜ ਖਾਏ ਚੱਲੇ। ਉੱਥੇ ਅੱਜ ਤੱਕ ਮਹਾਰਾਜ ਜੀ ਦੇ ਬਚਨ ਦੇ ਅਨੁਸਾਰ ਜਿਹੜਾ ਗੁੜ ਦੇ ਨਾਲ ਦੁੱਧ ਛਕਾਇਆ ਜਾਂਦਾ, ਜਦੋਂ ਵੀ ਕੋਈ ਦਰਸ਼ਨ ਕਰਨ ਵਾਸਤੇ ਜਾਂਦਾ, ਦਰਸ਼ਨ 2 ਸਥਾਨ ਬਣੇ ਹੋਏ ਆ। ਸੋ ਉੱਥੇ ਜਿਹੜਾ ਗੁੜ ਦੇ ਨਾਲ ਉਹ ਦੁੱਧ ਦੀ ਸੇਵਾ ਮਹਾਰਾਜ ਜੀ ਦੀ ਯਾਦ ਦੇ ਵਿੱਚ ਕਰਦੇ ਹਨ। ਉੱਥੇ ਜੱਸੀ ਨਗਰ ਹੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਸਾਬੋ ਕਿਆਂ ਸਰਦਾਰਾਂ ਦਾ ਜਿਹੜਾ ਮੁਖੀ ਸੀ ਡੱਲ ਸਿੰਘ, ਕਿਉਂਕਿ ਪਹਿਲਾਂ ਵੀ ਦੱਸਿਆ ਕਈ ਬਰਾੜ, ਸਿੱਧੂ, ਔਲਖ, ਗਰੇਵਾਲ, ਸੇਖੋਂ, ਭੁੱਲਰ, ਗਿੱਲ, ਇਹ ਪਹਿਲਾਂ ਅੱਧੇ ਬਹੁਤ ਜ਼ਿਆਦਾ ਮੁਸਲਮਾਨ ਸਨ, ਅੱਧੇ ਹਿੰਦੂ ਸਨ, ਅੱਧੇ ਮੁਸਲਮਾਨ ਸਨ, ਕੋਈ ਬੋਧੀ ਸਨ। ਇਹ ਤਾਂ ਜਿਵੇਂ ਜਿਵੇਂ ਮਹਾਰਾਜ ਜੀ ਦੀ ਸੰਗਤ ਹੋਈ, ਫਿਰ ਇਹਨਾਂ ਗੋਤਾਂ ਦੇ ਵਿੱਚੋਂ ਜਿਹੜੇ ਲੋਕ ਸੀ, ਜ਼ਿਮੀਂਦਾਰ ਸੀ, ਉਹ ਸਿੱਖੀ ਦੇ ਨਾਲ ਜੁੜ ਕੇ ਸਿੱਖ ਹੋਏ। ਤਾਂ ਇਹ ਜਿਹੜੇ ਸਾਬੋ ਕੇ ਸਰਦਾਰ ਸਨ, ਇਹਨਾਂ ਦੇ ਵਿੱਚ ਵੀ ਅੱਧੇ ਜਿਹੜੇ ਮੁਸਲਮਾਨ ਸਨ, ਉਹਨਾਂ ਦੇ ਨਾਂ ਵੀ ਮੁਸਲਮਾਨਾਂ ਵਾਲੇ ਆਉਂਦੇ ਆ, ਸਲੀਮ ਸ਼ਾਹ, ਪੀਰੇ ਸ਼ਾਹ ਆਦਿ। ਇਹ ਜ਼ਿਮੀਂਦਾਰ ਲੋਕਾਂ ਦੇ ਜਿਹੜੇ ਆਪਣੇ ਸਿੱਧੂ ਅਤੇ ਬਰਾੜਾਂ ਦੇ ਗੋਤਾਂ ਦੇ ਵਿੱਚੋਂ ਨਾਂ ਮੁਸਲਮਾਨ ਇਹਨਾਂ ਜ਼ਿਮੀਂਦਾਰਾਂ ਮੁਖੀਆਂ ਦੇ ਆਏ ਆ, ਕਿਉਂਕਿ ਉਸ ਵੇਲੇ ਇਸਲਾਮੀ ਹਕੂਮਤ ਹੋਣ ਕਰਕੇ
ਇਹਨਾਂ ਦਾ ਇਸਲਾਮੀ ਹਕੂਮਤ ਨੂੰ ਸਮਰਥਨ ਸੀ ਤੇ ਸਮਰਥਨ ਦੇਣ ਦੇ ਕਾਰਨ ਇਹਨਾਂ ਨੂੰ ਇਸਲਾਮੀ ਹਕੂਮਤ ਨੇ ਜਿਹੜੇ ਅੱਡ ਅੱਡ ਰਾਜ ਪਰਗਣੇ ਦਿੱਤੇ ਹੋਏ ਸਨ। ਇਹ ਪਹਿਲਾਂ ਮਹਾਰਾਜ ਜੀ ਨੇ ਬਖਸ਼ਿਸ਼ਾਂ ਕੀਤੀਆਂ ਸਨ, ਇਹਨਾਂ ਨੂੰ ਰੁਲਦੇ ਫਿਰਦੇ ਸਨ ਕਿ ਤੁਹਾਡਾ ਰਾਜ ਹੋਵੇਗਾ। ਫਿਰ ਇਹਨਾਂ ਦਾ ਅਸਰ ਰਸੂਖ ਮਹਾਰਾਜ ਜੀ ਦੇ ਬਚਨਾਂ ਅਨੁਸਾਰ ਵੱਧ ਗਿਆ ਤੇ ਇਹਨਾਂ ਦਾ ਰਾਜ ਪਰਗਣੇ, ਲੱਖੀ ਜੰਗਲ ਆਦਿ ਦਾ ਇਲਾਕਾ, ਇਹਨਾਂ ਨੂੰ ਹੋਰ ਬਾਈਏ ਦਾ ਇਲਾਕਾ ਬਠਿੰਡੇ ਦੇ ਵਿੱਚ ਇਹਨਾਂ ਨੂੰ ਪ੍ਰਾਪਤ ਹੋ ਗਿਆ। ਫਿਰ ਇਹਨਾਂ ਦੇ ਵਿੱਚ ਆਪਸੀ ਭਰਾ ਮਾਰੂ ਜੰਗਾਂ, ਲੜਾਈਆਂ ਵੀ ਪ੍ਰਾਰੰਭ ਹੋ ਗਈਆਂ ਤੇ ਤਲਵੰਡੀ ਸਾਬੋ ਕਹਿੰਦੇ ਹਨ ਦੋ ਤਰ੍ਹਾਂ ਨਾਲ ਇਹਦਾ ਨਾਂ ਕਿ ਇੱਕ ਤਾਂ ਸਾਬੋ 6ਵੇਂ ਨੰਬਰ ਤੇ ਸਰਦਾਰ ਹੋਇਆ ਇਸ ਬਰਾੜਾਂ ਦੀ ਅੰਸ਼ ਦੇ ਵਿੱਚ, ਜਿਹਦੇ ਨਾਂ ਤੇ ਸਾਬੋ ਤਲਵੰਡੀ ਨਾਂ ਪਿਆ। ਦੂਜਾ ਪੱਖ ਕਹਿੰਦੇ ਹਨ ਕਿ ਸਾਬੋ ਬੀਬੀ ਇਹਨਾਂ ਦੀ ਜਿਹੜੀ ਭੈਣ ਸੀਗੀ, ਡੱਲੇ ਹੁਣਾਂ ਦੀ ਭੂਆ ਸੀਗੀ, ਤੇ ਉਹਦੇ ਨਾਂ ਤੋਂ ਦਾਜ ਦੇ ਵਿੱਚ ਉਹਦੇ ਪਿਓ ਨੇ ਮਤਲਬ ਇਹਨਾਂ ਨੂੰ ਜਿਹੜੇ 40 ਪਿੰਡ ਦਿੱਤੇ ਸਨ ਤੇ ਉਹ 40 ਪਿੰਡਾਂ ਦੇ ਵਿੱਚ ਇਹ ਭੂਮੀ ਜਿਹੜੀ ਤਲਵੰਡੀ ਦਾ ਮਤਲਬ ਹੈ ਵੰਡੀ ਹੋਈ, ਵੰਡੀ ਪਈ ਹੋਈ, ਜਿਹੜੀ ਪ੍ਰਾਪਤ ਹੋਵੇ ਇਨਾਮ ਦੇ ਵਿੱਚ ਜਾਂ ਵੰਡ ਜਾਂ ਟਾਸ ਦੇ ਵਿੱਚ ਜਾਂ ਦਾਜ ਦੇ ਵਿੱਚ, ਉਹਨੂੰ ਤਲਵੰਡੀ ਕਹਿ ਦਿੰਦੇ ਆ। ਤਲਵੰਡੀਆਂ 13 ਨੇ ਪੰਜਾਬ ਦੇ ਵਿੱਚ, 7 ਚੀਮੇ ਹਨ, 13 ਤਲਵੰਡੀਆਂ ਨੇ। ਮੁੱਖ ਤਲਵੰਡੀ ਹੈ ਰਾਏ ਭੋਏ ਦੀ ਤਲਵੰਡੀ, ਪਹਿਲੀ ਨਨਕਾਣਾ ਸਾਹਿਬ ਤਲਵੰਡੀ। ਸੋ ਖੈਰ ਇਸ ਤਰ੍ਹਾਂ ਨਾਲ ਇਹਦਾ ਨਾਂ ਜਿਹੜਾ ਸਾਬੋ ਕੀ ਤਲਵੰਡੀ ਪਿਆ। ਤਾਂ ਇਹ ਡੱਲਾ ਇੱਥੇ ਨਿਵਾਸ ਰੱਖਦਾ ਸੀ। ਜਦੋਂ ਇਹਨੂੰ ਪਤਾ ਲੱਗਾ, ਇਹ ਸਤਿਗੁਰੂ ਸਾਹਿਬ ਜੀ ਨੂੰ ਜੱਸੀ ਵਿਖੇ ਲੈਣ ਵਾਸਤੇ ਆਇਆ ਤੇ ਬੜੇ ਪ੍ਰੇਮ ਸਹਿਤ ਬੇਨਤੀ ਕਰਕੇ ਸਤਿਗੁਰੂ ਸਾਹਿਬ ਜੀ ਦੀ ਬੜੀ ਆਓ ਭਗਤ ਕਰਕੇ ਬੜੇ ਢੋਲ ਨਗਾਰੇ ਵਜਾਉਂਦਾ ਹੋਇਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਤਲਵੰਡੀ ਸਾਬੋ ਵਿਖੇ ਲੈ ਗਿਆ ਤੇ ਆਪਣੇ ਗ੍ਰਹਿ ਅਸਥਾਨ ਵਿਖੇ ਜਾ ਕਰਕੇ ਤੰਬੂ ਲਗਵਾਏ, ਨਿਵਾਸ ਕਰਾਇਆ। ਤੇ ਪਰਿਵਾਰ ਸੀ ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ, ਉਹ ਤਾਂ ਸਾਰਾ ਖੇਰੂ ਹੋ ਚੁੱਕਿਆ ਸੀ। ਪਰ ਜਿਸ ਵੇਲੇ ਸਤਿਗੁਰੂ ਸਾਹਿਬ ਜੀ ਦੇ ਇੱਥੇ ਤਲਵੰਡੀ ਨਿਵਾਸ ਰੱਖਣ ਬਾਬਤ ਦਾ ਭਾਈ ਮਨੀ ਸਿੰਘ ਜੀ ਨਾਲ ਦਿੱਲੀ ਚਲੀਆਂ ਗਈਆਂ ਮਾਤਾਵਾਂ, ਮਾਤਾ ਸੁੰਦਰੀ ਤੇ ਮਾਤਾ ਸਾਹਿਬ ਦੇਵਾ, ਉਹਨਾਂ ਦਾ ਸਥਾਨ ਆਪਾਂ ਜਾ ਕੇ ਦੇਖਾਂਗੇ ਤਲਵੰਡੀ ਸਾਬੋ ਤਖਤ ਸਾਹਿਬ ਦੇ ਪਿਛਲੇ ਪਾਸੇ। ਹੁਣ ਉਹਨੂੰ ਪਿਛਲਾ ਪਾਸਾ ਕਹਿੰਦੇ ਆ, ਪਰ 1930 40 50ਵਿਆਂ ਦੇ ਵਿੱਚ ਉਹ ਜਿਹੜਾ ਤਖਤ ਦਾ ਮੁੱਖ ਮੂੰਹ ਵਾਲਾ ਪਾਸਾ ਉਧਰ ਨੂੰ ਮੂੰਹ ਹੁੰਦਾ ਸੀ ਤਖਤ ਦਾ। ਇਹ ਤਾਂ ਫਿਰ 1970 ਤੋਂ ਬਾਅਦ ਜਿਹੜੀ ਸੇਵਾ ਹੋਈ ਉਸ ਦੇ ਵਿੱਚ ਤਖਤ ਦਮਦਮਾ ਸਾਹਿਬ ਦਾ ਜਿਹੜਾ ਮੂੰਹ ਹੈ ਉਹ ਆਪਾਂ ਜਿੱਧਰ ਦੀ ਹੁਣ ਮੁੱਖ ਡਿਓੜੀ ਵੱਲ ਦੀ ਜਾਂਦੇ ਆ ਉਧਰਲੇ ਪਾਸੇ ਬੱਸ ਅੱਡੇ ਵਾਲੇ ਪਾਸੇ ਕਰ ਦਿੱਤਾ। ਪਹਿਲਾਂ ਜਿਹੜਾ ਤਖਤ ਦਾ ਮੂੰਹ ਸੀ ਉਹ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦਾ ਪਿੱਛੇ ਸਥਾਨ ਹੈ ਨਾ, ਉਹਦੇ ਵੱਲ ਨੂੰ ਪਹਿਲਾਂ ਮਸਤੂਆਣੇ ਬੁੰਗੇ ਵੱਲ ਨੂੰ ਮੂੰਹ ਹੁੰਦਾ ਸੀ ਤਖਤ ਦਾ। ਤਾਂ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਆਉਣ ਬੈਠਣ ਦਾ ਜਦੋਂ ਦਿੱਲੀ ਦੇ ਵਿੱਚ ਖਬਰ ਪਹੁੰਚੀ ਤਾਂ ਉਹ ਮਾਤਾਵਾਂ ਸੁੰਦਰੀ, ਮਾਤਾ ਸਾਹਿਬ ਦੇਵਾ, ਭਾਈ ਮਨੀ ਸਿੰਘ ਜੀ ਦੀ ਅਗਵਾਈ ਦੇ ਵਿੱਚ ਦਿੱਲੀ ਤੋਂ ਪਾਲਕੀਆਂ ਦੇ ਵਿੱਚ ਬੈਠ ਕਰਕੇ ਤਲਵੰਡੀ ਸਾਬੋ ਆਈਆਂ। ਤੇ ਤਲਵੰਡੀ ਸਾਬੋ ਆ ਕਰਕੇ ਜਦੋਂ ਉਹਨਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀਵਾਨ ਦੇ ਵਿੱਚ ਬਿਰਾਜਮਾਨ ਦੇਖਿਆ ਤਾਂ ਉਸ ਵੇਲੇ, ਕਿਉਂਕਿ ਭਾਈ ਮਨੀ ਸਿੰਘ ਜੀ ਨੇ ਤਾਂ ਦੱਸ ਦਿੱਤਾ ਸੀ ਕਿ ਉੱਥੇ ਹੈ ਬਾਕੀ ਪਰਿਵਾਰ, ਤੇ ਜਦੋਂ ਉਹਨਾਂ ਨੇ ਆ ਕਰਕੇ ਦੀਵਾਨ 'ਚ ਦੇਖਿਆ ਬਈ ਪਰਿਵਾਰ ਤਾਂ ਸੰਗਤ ਬੈਠੀ ਹੈ, ਬੀਬੀਆਂ ਬੈਠੀਆਂ ਨੇ, ਸਿੰਘ ਬੈਠੇ ਨੇ, 5 ਪਿਆਰੇ ਨੇ, ਪਰ ਜਿਹੜੇ ਸਾਹਿਬਜ਼ਾਦੇ ਨੇ ਉਹ ਕੋਈ ਵੀ ਇੱਥੇ ਨਾ ਮਾਤਾ ਗੁਜਰੀ, ਨਾ ਅਜੀਤ ਸਿੰਘ, ਨਾ ਜੁਝਾਰ ਸਿੰਘ, ਨਾ ਜੋਰਾਵਰ ਸਿੰਘ, ਨਾ ਫਤਿਹ ਸਿੰਘ, ਇਹ ਜਿਹੜੇ ਦ੍ਰਿਸ਼ਟੀਗੋਚਰ ਨਹੀਂ ਹੋ ਰਹੇ। ਤਾਂ ਉਸ ਵੇਲੇ ਉਹਨਾਂ ਨੇ ਵਿਯੋਗ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਪੁੱਛਣਾ ਕੀਤਾ। ਜਾ ਕਰਕੇ ਅੱਗੇ ਹੀ ਨਮਸਕਾਰ ਕਰਕੇ ਮਾਤਾਵਾਂ ਸੰਗਤ ਦੇ ਵਿੱਚ ਦੀ ਲੰਘ ਗਈਆਂ। ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦਾ ਉੱਚਾ ਪ੍ਰਕਾਸ਼ ਸੀ। ਸਤਿਗੁਰੂ ਸਾਹਿਬ ਜੀ ਬੀੜ ਤੋਂ ਨੀਵੇਂ ਬੈਠਦੇ ਸਨ। ਪੋਥੀ ਪਰਮੇਸ਼ਰ ਕਾ ਥਾਨ ਕਰਕੇ 10 ਗੁਰੂ ਸਾਹਿਬਾਨ ਬੀੜ ਤੋਂ ਨੀਵੀਂ ਚੌਂਕੀ ਲੱਗਦੀ ਸੀ ਉਹਨਾਂ ਦੀ, ਉੱਚੇ ਨਹੀਂ ਕਦੇ ਬੈਠੇ ਬੀੜ ਤੋਂ। ਇਸ ਤਰ੍ਹਾਂ ਜਾ ਕੇ ਜਦੋਂ ਨਮਸਕਾਰ ਕੀਤੀ, ਫਤਿਹ ਬੁਲਾਈ ਅਤੇ ਪੁੱਛਿਆ ਕਿ ਮੇਰੇ ਜਿਹੜੇ ਸਾਹਿਬਜ਼ਾਦੇ ਤੇ ਮੇਰੀ ਸੱਸ ਮਾਂ ਮਾਤਾ ਗੁਜਰੀ, ਉਹ ਸਾਰੇ ਮੇਰੇ ਪੁੱਤਰ ਜਿਹੜੇ ਉਹ ਨਹੀਂ ਦਿਖ ਰਹੇ। ਤਾਂ ਉਸ ਵੇਲੇ ਸਤਿਗੁਰੂ ਸਾਹਿਬ ਜੀ ਨੇ ਇਸ ਦਮਦਮਾ ਸਾਹਿਬ ਤਲਵੰਡੀ ਸਥਾਨ 'ਤੇ ਹੀ ਇਹ ਬਚਨ ਕੀਤੇ ਸੀ ਦੀਵਾਨ ਦੇ ਵਿੱਚ ਕਿ ਇਹ ਜਗਤ ਪ੍ਰਸਿੱਧ ਬਚਨ ਹਨ, ਜਗਤ ਪ੍ਰਸਿੱਧ, ਇਤਿਹਾਸ ਪ੍ਰਸਿੱਧ। ਇਨ ਪੁੱਤਰਨ ਕੇ ਸੀਸ ਭਾਰੈ। ਨਾਲੇ ਮਹਾਰਾਜ ਨੇ ਇਸ਼ਾਰਾ ਕੀਤਾ ਮਾਤਾਵਾਂ ਦਾ ਵਿਜੋਗ ਅਤੇ ਵਿਰਾਗ ਥੰਮਿਆ ਨਹੀਂ ਸੀ ਜਾਂਦਾ। ਸਤਿਗੁਰੂ ਸਾਹਿਬ ਜੀ ਨੇ ਸੰਗਤ ਵੱਲ, ਇਹ ਲੋਕਾਂ ਵੱਲ
ਜਿਹੜੇ ਅੰਮ੍ਰਿਤਧਾਰੀ, ਜਿਹੜੇ ਮਹਾਰਾਜ ਜੀ ਦੇ ਕਹਿਣੇ ਦੇ ਵਿੱਚ ਚੱਲਣ ਵਾਲੇ, ਨਿਤਨੇਮੀ, ਅੰਮ੍ਰਿਤ ਬਾਣੀ ਬਾਣੇ ਨਾਲ ਜੁੜੇ ਹੋਏ, ਜਿਨ੍ਹਾਂ ਨੂੰ ਮਹਾਰਾਜ ਜੀ ਦੇ ਨਾਲ ਪਿਆਰ ਸੀ, ਉਹਨਾਂ ਵਾਸਤੇ ਕਹਿੰਦੇ ਭਾਈ ਅਸੀਂ ਪਿਆਰਿਆਂ ਵਾਸਤੇ ਪਿਆਰੇ ਵਾਰ ਦਿੱਤੇ ਆ। ਗੁਰੂ ਗੋਬਿੰਦ ਸਿੰਘ ਜੀ ਨੇ ਇਹ ਵਚਨ ਕੀਤਾ, ਕਹਿੰਦੇ ਅਸੀਂ ਪਿਆਰਿਆਂ ਵਾਸਤੇ ਪਿਆਰੇ ਵਾਰ ਦਿੱਤੇ ਆ। ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋਂ ਕਿਆ ਪਿਆ ਜੀਵਤ ਕਈ ਹਜ਼ਾਰ। ਕਿ ਹਜ਼ਾਰਾਂ ਹੀ ਜਿਉਂਦੇ ਨੇ, ਹਜ਼ਾਰਾਂ ਹੀ ਜਿਉਂਦੇ ਰਹਿਣਗੇ। ਜੇ ਚਾਰ ਪੁੱਤਰ ਚਲੇ ਗਏ ਨੇ ਤਾਂ ਇਹ ਸਾਰੇ ਜਿਹੜੇ ਜਿਹੜੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਲੈਣਗੇ ਉਹ ਮੇਰੇ ਪੁੱਤਰ ਹੀ ਹੋ ਜਾਣਗੇ, ਉਹ ਮੇਰੇ ਪੁੱਤਰ ਹੀ ਹਨ ਜਿਹੜੇ ਖੰਡੇ। ਸੋ ਇਸ ਕਰਕੇ ਭਾਈ ਸਾਨੂੰ ਖੰਡੇ ਦਾ ਅੰਮ੍ਰਿਤ ਛਕਣਾ ਚਾਹੀਦਾ। ਜੇ ਮਿਲਣਾ ਬਾਜਾਂ ਵਾਲੇ ਨੂੰ, ਜੇ ਮਿਲਣਾ ਬਾਜਾਂ ਵਾਲੇ ਨੂੰ, ਖੰਡੇ ਦਾ ਅੰਮ੍ਰਿਤ ਛਕ ਲੈ। ਜੇ ਮਿਲਣਾ ਬਾਜਾਂ ਵਾਲੇ ਨੂੰ, ਜੇ ਮਿਲਣਾ ਪ੍ਰੀਤਮ ਪਿਆਰੇ ਨੂੰ, ਖੰਡੇ ਦਾ ਅੰਮ੍ਰਿਤ ਛਕ ਲੈ। ਜੇ ਖੰਡੇ ਦਾ ਅੰਮ੍ਰਿਤ ਛਕ ਲੈ। ਜੇ ਮਿਲਣਾ ਬਾਜਾਂ, ਜੇ ਮਿਲਣਾ ਪ੍ਰੀਤਮ ਪਿਆਰੇ ਨੂੰ, ਖੰਡੇ ਦਾ ਅੰਮ੍ਰਿਤ ਪੀ ਲੈ। ਜੇ ਮਿਲਣਾ ਬਾਜਾਂ, ਜੇ ਮਿਲਣਾ ਸਤਿਗੁਰ ਪਿਆਰੇ ਨੂੰ, ਖੰਡੇ ਦਾ ਅੰਮ੍ਰਿਤ ਛਕ ਲੈ। ਜੇ ਮਿਲਣਾ ਪ੍ਰੀਤਮ ਪਿਆਰੇ ਨੂੰ, ਜੇ ਮਿਲਣਾ ਪ੍ਰੀਤਮ ਪਿਆਰੇ, ਖੰਡੇ ਦਾ ਅੰਮ੍ਰਿਤ ਛਕ ਲੈ। ਜੇ ਮਿਲਣਾ ਪ੍ਰੀਤਮ ਪਿਆਰੇ, ਜੇ ਮਿਲਣਾ ਪ੍ਰੀਤਮ ਪਿਆਰੇ ਨੂੰ, ਖੰਡੇ ਦਾ ਅੰਮ੍ਰਿਤ ਛਕ ਲੈ। ਜੇ ਮਿਲਣਾ ਕਲੰਗੀਆਂ, ਕਲੰਗੀਆਂ ਵਾਲੇ ਨੂੰ। ਸੋ ਇਸ ਤਰ੍ਹਾਂ ਕਿਹਾ ਕਿ ਇਹ ਜਿਹੜੇ ਚਾਰਾਂ ਨੂੰ ਮੈਂ ਇਹਨਾਂ ਹਜ਼ਾਰਾਂ ਦੇ ਉੱਪਰ ਜਿਹੜਾ ਕੁਰਬਾਨ ਕਰ ਦਿੱਤਾ ਹੈ। ਸੋ ਇਸ ਤਰ੍ਹਾਂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਖੰਡੇ ਬਾਟੇ ਦਾ ਅੰਮ੍ਰਿਤ ਦੂਸਰੀ ਵਾਰ ਸਾਧ ਸੰਗਤ ਜੀ, ਜਦੋਂ ਨਗਰਾਂ ਦੇ ਵਿੱਚ ਥਾਂ ਥਾਈਂ ਅਨੇਕ ਥਾਂ ਮਹਾਰਾਜ ਜੀ ਦੇ ਸੰਦੇਸ਼ ਹੁਕਮਨਾਮੇ ਪਹੁੰਚੇ ਕਿ ਇਸ ਵੇਲੇ ਸਤਿਗੁਰੂ ਕਲਗੀਧਰ ਪਾਤਸ਼ਾਹ ਤਲਵੰਡੀ ਸਾਬੋ ਦੇ ਵਿੱਚ ਨਿਵਾਸ ਰੱਖ ਰਹੇ ਹਨ, ਤਾਂ ਬੇਅੰਤ ਸੰਗਤਾਂ ਦਾ ਕੀ ਮਾਝਾ, ਮਾਲਵਾ, ਦੁਆਬਾ, ਪੁਆਂਧ, ਅਫਗਾਨਿਸਤਾਨ, ਕਾਬਲ, ਕੰਧਾਰ, ਘਿੰਨੀ, ਲਦਾਖ ਤੇ ਸਾਰੇ ਪਾਸਿਆਂ ਤੋਂ, ਈਰਾਨ, ਇੱਥੋਂ, ਕਿਉਂਕਿ ਸਾਰਾ ਪਹਿਲਾਂ ਭਾਰਤ ਦਾ ਅੰਗ ਸੀ, ਕੁਛ ਹਿੱਸੇ ਪੰਜਾਬ ਦਾ ਵੀ ਅੰਗ ਸਨ। ਜਿੰਨਾ ਸਮਾਟਾ, ਹੋਰ ਤਿੱਬਤ, ਸ੍ਰੀਲੰਕਾ, ਨੇਪਾਲ, ਇਹ 15-20 ਦੇ ਕਰੀਬ ਜਿਹੜੇ ਛੋਟੇ ਛੋਟੇ ਦੇਸ਼ਾਂ ਦੇ ਨਾਂ ਨੇ, ਇਹ ਪਹਿਲਾਂ ਭਾਰਤ ਦਾ ਅੰਗ ਰਹੇ ਹਨ। ਬਾਅਦ ਦੇ ਵਿੱਚ ਬ੍ਰਿਟਿਸ਼ ਗੌਰਮੈਂਟ ਵੇਲੇ ਕੱਟੇ ਗਏ, ਨਾਲੋਂ ਸਾਰੇ ਜਿਹੜੇ ਟੁੱਟ ਗਏ। ਸ੍ਰੀਲੰਕਾ ਵੀ ਇਸ ਦਾ ਅੰਗ ਰਿਹਾ, ਜਿਸ 'ਚ ਅੱਜ ਭੁੱਖਮਰੀ ਦਾ ਸੰਕਟ ਪੈਦਾ ਹੋਇਆ ਹੈ। ਬਹੁਤ ਵੱਡਾ ਭੁੱਖਮਰੀ ਦਾ ਸੰਕਟ ਉੱਥੇ ਪੈਦਾ ਹੋਇਆ, ਲੋਕ ਮਰ ਰਹੇ ਆ, ਖਾਣ ਨੂੰ ਕੁਛ ਨਹੀਂ ਮਿਲ ਰਿਹਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਸਾਰੇ ਇਹਨਾਂ ਇਲਾਕਿਆਂ ਤੋਂ, ਭਾਰਤ ਦੇ ਵਿੱਚੋਂ, ਭਾਰਤ ਤੋਂ ਬਾਹਰ ਤੋਂ, ਵਲੈਤ ਤੱਕ ਤੋਂ ਸਿੱਖਾਂ ਸੇਵਕਾਂ ਦਾ ਤਲਵੰਡੀ ਸਾਬੋ ਵਿਖੇ ਆਉਣਾ ਹੋਇਆ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦੁਆਰਾ ਸੰਪੂਰਨ ਕਰਾਈ। ਸ਼ਾਰਟ ਦੱਸ ਕੇ ਆਪਾਂ ਲੜੀਵਾਰ ਇਤਿਹਾਸ ਵੱਲ ਆ ਜਾਈਏ। 18-10-20 ਤੱਕ ਸੰਪੂਰਨ ਪਾਠ ਜ਼ਬਾਨੀ ਕੰਠੋਂ ਜਦੋਂ ਧੀਰਮਲ ਨੇ ਬੀੜ ਨਾ ਦਿੱਤੀ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਭੇਜੇ ਹੋਏ ਗੁਰਸਿੱਖਾਂ ਨੂੰ ਕਰਤਾਰਪੁਰ ਤੋਂ, ਤਾਂ ਫਿਰ ਧੀਰਮਲ ਨੇ ਮਿਹਣਾ ਵੀ ਮਾਰਿਆ, ਬੋਲੀ ਵੀ ਮਾਰੀ ਕਿ ਜੇਕਰ ਐਡਾ ਗੁਰੂ ਹੈ, ਸਰਕਾਰ ਦੇ ਨਾਲ ਲੜਦਾ ਫਿਰਦਾ, ਸਾਰੇ ਮੁਲਕ ਦੇ ਵਿੱਚ ਗਦਰ ਮਚਾ ਦਿੱਤਾ ਹੈ, ਕਿਤੇ ਟਿਕ ਕੇ ਨਹੀਂ ਬੈਠਿਆ, ਨਾ ਪਰਿਵਾਰ ਨੂੰ ਬੈਠਣ ਦਿੱਤਾ। ਇਹ ਬੋਲ ਸਨ ਧੀਰਮਲ ਦੇ। ਨਾਲੇ ਮਹਾਰਾਜ ਜੀ ਦਾ ਸਕਾ ਸੀਗਾ, ਤਾਇਆ ਲੱਗਦਾ ਸੀ। ਇਸ ਤਰ੍ਹਾਂ ਨਾਲ ਧੀਰਮਲ ਨੇ ਬੀੜ ਦੇਣ ਤੋਂ ਕਹਿਣ ਲੱਗਾ ਫਿਰ ਆਪ ਹੀ ਬੀੜ ਰਚ ਲਵੇ। ਜੇ ਆਜ਼ਾਦੀ ਦੇ ਸਕਦਾ ਉਹ ਕੌਮ ਨੂੰ, ਮੁਲਕ ਨੂੰ, ਤਾਂ ਫਿਰ ਬੀੜ ਰਚਣੀ ਉਹਨੂੰ ਕੀ ਔਖੀ ਹੈ। ਸਿੰਘਾਂ ਨੇ ਉਸੇ ਤਰ੍ਹਾਂ ਹੀ ਆ ਕਰਕੇ ਮਹਾਰਾਜ ਜੀ ਨੂੰ ਸਾਰੀ ਗੱਲ ਦੱਸੀ ਵੀ ਮਹਾਰਾਜ ਇਸ ਤਰ੍ਹਾਂ ਨਾਲ ਜਿਹੜੇ ਉਹਦਾ ਹਰਜੀ ਪੁੱਤਰ ਸੀ ਧੀਰਮਲ, ਤਾਂ ਉਦੋਂ ਚੜ੍ਹਾਈ ਕਰ ਚੁੱਕਿਆ ਸੀਗਾ। ਧੀਰਮਲ ਦਾ ਅੱਗੇ ਬੇਟਾ ਸੀਗਾ ਜਿਹਨੇ 10ਵੇਂ ਪਾਤਸ਼ਾਹ ਦੇ ਭੇਜਿਆਂ ਨੂੰ ਇਹ ਜਵਾਬ ਦਿੱਤਾ ਸੀ। ਸੋ ਇਸ ਤਰ੍ਹਾਂ ਨਾਲ
ਚਤੁਰਭੁਜੀ ਵੀ ਉਹਦਾ ਨਾਂ ਆਉਂਦਾ ਹੈ, ਧੀਰਮਲ ਦੇ ਪੋਤਰੇ ਦਾ। ਸੋ ਇਸ ਤਰ੍ਹਾਂ ਨਾਲ ਉਹਨੇ ਇਹ ਜਵਾਬ ਦਿੱਤੇ ਸਨ। ਤਾਂ ਸਤਿਗੁਰੂ ਸਾਹਿਬ ਜੀ ਨੇ ਫੇਰ 6ਵੇਂ ਰੂਪ ਦੇ ਵਿੱਚ ਕਹੇ ਹੋਏ ਬਚਨਾਂ ਨੂੰ ਪੂਰਾ ਕਰਨ ਵਾਸਤੇ ਕਿ ਅੱਖਰ ਏਕ ਕਾ ਭੇਦ ਧਰੌਣ ਹੈ, ਮਮ ਦਾਸ ਗੋਬਿੰਦ ਸਮਰੱਥ ਵਿਚਾਰੋ। ਮੈਂ ਉਸ ਅਕਾਲ ਪੁਰਖ ਦਾ ਦਾਸ ਹਾਂ ਤੇ ਉਹਨੂੰ ਸਮਰੱਥ ਉਚਾਰੋ, ਬਈ ਉਹਨੂੰ ਸਮਰੱਥ ਜਾਣੋ। ਮੈਂ ਇੱਕ ਅੱਖਰ ਦਾ ਵੀ ਭੇਦ ਨਹੀਂ ਰੱਖਾਂਗਾ, ਇੱਕ ਬਿੰਦੀ ਸਿਹਾਰੀ ਬਿਹਾਰੀ ਦਾ ਵੀ ਭੇਦ ਨਹੀਂ ਰੱਖਾਂਗਾ। ਫਿਰ ਜਵਾਨੀ ਕੰਠ ਤੋਂ ਸਵੇਰੇ ਮਹਾਰਾਜ ਜਿਹੜਾ ਅੰਮ੍ਰਿਤ ਵੇਲੇ 5 ਵਜੇ ਤੋਂ 9 ਵਜੇ ਤੱਕ ਤਾਂ ਬਾਣੀ ਉਚਾਰਦੇ। ਅੰਮ੍ਰਿਤ ਵੇਲੇ 5 ਵਜੇ ਤੋਂ 9 ਵਜੇ ਤੱਕ 3-4 ਘੰਟੇ ਤਾਂ ਮਹਾਰਾਜ ਲਿਖਾਉਂਦੇ ਲਿਖਾਰੀਆਂ ਤੋਂ। ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ ਜੀ ਆਦ ਹੋਰ ਇਹ ਸਾਰੇ ਜਿਹੜੇ ਬਾਣੀ ਦੇ ਉਤਾਰੇ ਕਰਦੇ, ਕੋਈ ਕਲਮਾਂ ਦੀ ਸੇਵਾ ਕਰਦਾ, ਕੋਈ ਸਿਆਹੀ ਵਿਸ਼ੇਸ਼ ਤਰੀਕੇ ਨਾਲ ਬਣਾਉਣੀ ਪੈਂਦੀ ਸੀ। ਵਿਸ਼ੇਸ਼ ਤਰੀਕੇ ਨਾਲ ਉਸ ਸਮੱਗਰੀਆਂ ਪਾ ਕਰਕੇ ਸਿਆਹੀ ਤਿਆਰ ਕੀਤੀ ਜਾਂਦੀ ਸੀ, ਜਿਹਨੂੰ ਬਾਅਦ ਦੇ ਵਿੱਚ ਅੱਡਣ ਸ਼ਾਹੀ ਦਾ ਨਾਂ ਵੀ ਦਿੱਤਾ ਗਿਆ। ਉਹਦੀ ਵਿਧੀ ਤੇ ਸਮੱਗਰੀ ਵੀ ਮਹਾਨ ਕੋਸ਼ 'ਚ ਲਿਖੀ ਹੋਈ ਹੈ ਵੀ ਜੇ ਕਿਸੇ ਨੇ ਬਾਣੀ ਲਿਖਣੀ ਹੈ ਤਾਂ ਉਹਦੀ ਸ਼ਾਹੀ ਕਿਵੇਂ ਬਣਦੀ ਆ। ਇਹ ਨਹੀਂ ਵੀ ਚੱਕੀ ਕਲਮ ਚੱਕਿਆ, ਪੈਨ ਉੱਥੋਂ 2 ਰੁਪਈਆਂ ਦਾ ਲੈ ਕੇ ਤੇ ਬਾਣੀ ਲਿਖਣ ਲੱਗ ਗਏ। ਉਹ ਤਾਂ ਝੂਠੇ ਨੇ ਸਾਰੇ ਪੈਨ, ਸਾਈਆਂ ਖਬਰਾਂ ਉਹਨਾਂ ਨੇ ਫੂਕਾਂ ਮਾਰ ਕੇ ਕੋਕੇ ਭਰੇ ਹੁੰਦੇ ਆ। ਉਹ ਬਾਣੀ ਲਿਖਣ ਦੇ ਯੋਗ ਨਹੀਂ ਹਨ। ਪਰ ਸਾਡੇ ਕੋਲ ਵਕਤ ਨਹੀਂ, ਟਾਈਮ ਨਹੀਂ, ਮਰਜ਼ਾਦਾ ਦਾ ਪਤਾ ਨਹੀਂ, ਉਵੇਂ ਹੀ ਅਸੀਂ ਚੱਕ ਕੇ। ਪਰ ਜਿਹਦੇ ਨਾਲ ਗੁਰਬਾਣੀ ਲਿਖਣੀ ਵਿਸ਼ੇਸ਼ ਭਾਈ, ਉਹ ਸ਼ਾਹੀ ਵੀ ਵਿਸ਼ੇਸ਼ ਤਰੀਕੇ ਨਾਲ ਬਣਦੀ ਹੈ। ਉਹ ਵਿਸ਼ੇਸ਼ ਸ਼ਾਹੀ ਬਣਾ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਿਹੜੀ ਬਾਣੀ ਨੂੰ ਲਿਖਾਉਣਾ ਕੀਤਾ। 9 ਵਜੇ ਤੱਕ ਬਾਣੀ ਉਚਾਰ ਕੇ ਫਿਰ ਥੋੜ੍ਹਾ ਜਿਹਾ ਜਲ ਪਾਣੀ ਛਕ ਕੇ ਮਹਾਰਾਜ ਜੀ ਆਰਾਮ ਫਰਮਾਉਂਦੇ, ਕਿਉਂਕਿ ਰਾਤ ਦੇ 1 ਵਜੇ ਦੇ ਅੰਮ੍ਰਿਤ ਵੇਲੇ ਦੇ ਜਾਗੇ ਹੁੰਦੇ ਸਨ। 9 ਵਜੇ ਸਮਾਪਤੀ ਕਰਕੇ ਫਿਰ ਥੋੜ੍ਹਾ ਜਿਹਾ ਜਲ ਪਾਣੀ ਛਕ ਕੇ ਥੋੜ੍ਹਾ ਆਰਾਮ ਫਰਮਾ ਕੇ ਤੇ ਉਸ ਤੋਂ ਬਾਅਦ ਫਿਰ ਲੋਢੇ ਪਹਿਰ ਦੁਪਹਿਰ ਢਲੀ ਤੋਂ ਬਾਅਦ 2:30 ਵਜੇ 3 ਵਜੇ ਸਤਿਗੁਰੂ ਸਾਹਿਬ ਜੀ ਉਸ ਰੋਜ਼ ਉਚਾਰੀ ਹੋਈ ਬਾਣੀ ਦੀ ਵਿਆਖਿਆ ਕਰਦੇ। ਕਿਉਂਕਿ ਸਿੱਖਾਂ ਸੰਗਤਾਂ ਨੇ ਅਨੰਦਪੁਰ ਸਾਹਿਬ ਮਹਾਰਾਜ ਜੀ ਨੂੰ ਵਿਆਖਿਆ ਬਾਰੇ ਪੁੱਛਿਆ ਸੀ ਤਾਂ ਸਤਿਗੁਰੂ ਸਾਹਿਬ ਜੀ ਨੇ ਜਵਾਬ ਦਿੱਤਾ ਸੀ ਕਿ ਅਜੇ ਭਾਈ ਜੰਗਾਂ ਯੁੱਧਾਂ ਦਾ ਬਹੁਤ ਸਮਾਂ, ਬੜੇ ਘੱਲੂ ਘਾਰੇ ਹੋਣੇ, ਬੜਾ ਕੁਛ ਹੋਣਾ, ਅਜੇ ਅਸੀਂ ਤੁਹਾਨੂੰ ਵਿਆਖਿਆ ਨਹੀਂ ਦੇ ਸਕਦੇ। ਜੇ ਤੁਸੀਂ ਵਿਆਖਿਆ ਛੇਤੀ ਲੈਣੀ ਹੈ ਤਾਂ ਫਿਰ ਤੁਸੀਂ ਬਾਬਾ ਬੁੱਢਾ ਜੀ ਤੇ ਸਾਡੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਵੱਲ ਝਾਤ ਮਾਰ ਲਿਆ ਕਰੋ, ਤੁਹਾਨੂੰ ਵਿਆਖਿਆ ਮਿਲ ਜੂਗੀ, ਸਾਰੀ ਬਾਣੀ ਦੀ ਵਿਆਖਿਆ ਮਿਲ ਜੂਗੀ ਤੁਹਾਨੂੰ। ਤੇ ਫਿਰ ਵੀ ਸਿੱਖ ਸੰਗਤਾਂ ਕਹਿੰਦੀਆਂ ਮਹਾਰਾਜ ਸਾਨੂੰ ਲਿਖਤੀ ਵਿਆਖਿਆ ਜਿਹੜੀ ਸਦਾ ਕੰਮ ਆਵੇ। ਤਾਂ ਸਤਿਗੁਰਾਂ ਨੇ ਬਚਨ ਕੀਤਾ ਸੀ ਕਿ ਤਲਵੰਡੀ ਸਾਬੋ ਜਾ ਕਰਕੇ ਉਸ ਦਾ ਨਾਂ ਗੁਰੂ ਕਾਂਸ਼ੀ ਰੱਖਾਂਗੇ, ਬੜੇ ਬੜੇ ਕੌਤਕ ਕਰਾਂਗੇ, ਉੱਥੇ ਦੁਬਾਰਾ ਅੰਮ੍ਰਿਤ ਛਕਾਵਾਂਗੇ। ਪਹਿਲਾਂ ਭਵਿੱਖਤ ਬਚਨ ਕਰ ਦਿੱਤੇ ਸਨ ਤੇ ਉੱਥੇ ਤੁਹਾਨੂੰ ਜਿਹੜੀ ਦੁਬਾਰਾ ਵਿਆਖਿਆ ਹੈ ਗੁਰਬਾਣੀ ਦੀ ਉਹ ਸਾਰੀ ਅਸੀਂ ਨੋਟ ਕਰਾਵਾਂਗੇ, ਲਿਖਾਵਾਂਗੇ ਵਿਆਖਿਆ। ਤਾਂ ਫਿਰ ਸ਼ਾਮ ਦੇ ਵਕਤ ਮਹਾਰਾਜ ਜੀ ਜਿਹੜੀ ਵਿਆਖਿਆ ਸੀ ਗੁਰਬਾਣੀ ਦੀ, ਜਿੰਨੇ 20 30 ਜਾਂ 40 ਪੱਤਰੇ ਰੋਜ਼ ਉਚਾਰਦੇ ਸਨ ਤੇ ਉਹਨਾਂ ਦੀ ਜਿਹੜੀ ਵਿਆਖਿਆ ਹੈ ਉਹ ਰੋਜ਼ ਸਤਿਗੁਰੂ ਸਾਹਿਬ ਜੀ ਨੋਟ ਕਰਾਉਂਦੇ ਸੀ ਵੀ ਇਹਦੇ ਆਹ ਅਰਥ ਨੇ ਭਾਈ, ਆਹ ਭਾਵ ਨੇ, ਆਹ ਸੰਸਾਰਕ ਭਾਵ ਨੇ ਇਸ ਦੇ, ਆਹ ਅੰਤਰੀਵ ਭਾਵ ਨੇ ਇਹਨਾਂ ਸ਼ਬਦਾਂ ਦੇ। ਇਸ ਤਰ੍ਹਾਂ ਮਹਾਰਾਜ ਜੀ ਉਹ ਸਾਰੀ 9 ਮਹੀਨੇ 9 ਦਿਨ 9 ਘੜੀਆਂ 9 ਪਲ 9 ਮੁਹੂਰਤ, ਇਸ ਤਰ੍ਹਾਂ ਜਿਹੜਾ ਸਮਾਂ ਸਤਿਗੁਰੂ ਸਾਹਿਬ ਜੀ ਨੇ ਪੌਣੇ 9 ਮਹੀਨੇ ਆਪਣੇ ਸਾਧ ਸੰਗਤ ਜੀ 9.5 ਮਹੀਨੇ ਦੇ ਕਰੀਬ, ਪੌਣੇ 9 ਮਹੀਨੇ ਤੋਂ 9.5 ਮਹੀਨੇ ਦੇ ਦਰਮਿਆਨ ਜਿਹੜਾ ਇੱਥੇ ਗੁਰਬਾਣੀ ਨੂੰ ਉਤਾਰਾ ਕਰਾਉਣ ਤੇ ਲਿਖਾਉਣ ਤੇ ਜਿਹੜਾ ਲਾਉਣਾ ਕੀਤਾ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਇੱਥੇ ਰਹਿੰਦਿਆਂ ਹੋਇਆਂ ਕਹਿੰਦੇ ਇੱਕ ਵਾਰ ਇਸ ਸਮੇਂ ਦੌਰਾਨ ਬਾਰਿਸ਼ ਨਾ ਹੋਈ, ਕਿਉਂਕਿ 1.5 ਪੌਣੇ 2 ਸਾਲ ਦੇ ਕਰੀਬ ਮਹਾਰਾਜ ਤਲਵੰਡੀ ਸਾਬੋ ਰਹੇ ਆ। 1.5 ਸਾਲ ਦੇ ਕਰੀਬ ਵਾਂਗੂ ਤਲਵੰਡੀ ਸਾਬੋ ਵਿਖੇ ਜੇ ਅਨੰਦਪੁਰ ਸਾਹਿਬ ਤੋਂ ਆਉਂਦਿਆਂ ਸਤਿਗੁਰੂ ਸਾਹਿਬ ਜੀ ਨੂੰ ਸਭ ਤੋਂ ਵੱਡਾ ਪੜਾਅ ਰਹਿਣ ਦਾ ਕਿਤੇ ਮਿਲਿਆ ਤਾਂ ਉਹ ਸ਼੍ਰੀ ਤਖਤ ਦਮਦਮਾ ਸਾਹਿਬ ਤਲਵੰਡੀ ਸਾਬੋ ਗੁਰੂ ਕਾਂਸ਼ੀ ਨੂੰ ਹੀ ਸੁਭਾਗ ਪ੍ਰਾਪਤ ਹੋਇਆ, ਜਿੱਥੇ ਮਹਾਰਾਜ ਸਭ ਤੋਂ ਵੱਧ ਸਮਾਂ, ਉਦੋਂ ਕਿਤੇ ਵੀ ਵੱਧ ਸਮਾਂ ਨਹੀਂ ਰਹੇ, ਘੱਟ ਸਮਾਂ ਰਹਿਣ ਦਾ ਮੌਕਾ ਪ੍ਰਾਪਤ ਹੋਇਆ। ਜੇ ਤਲਵੰਡੀ ਸਾਬੋ ਦੇ ਬਰਾਬਰ ਸਮੇਂ ਦੀ ਤੁਲਨਾ ਕਰੀਏ ਤਾਂ ਫਿਰ ਸੱਚਖੰਡ ਹਜੂਰ ਸਾਹਿਬ ਜਾ ਕੇ ਮਹਾਰਾਜ ਨੂੰ ਤਕਰੀਬਨ 2 ਸਵਾ 2 ਸਾਲ ਰਹਿਣ ਦਾ ਸਮਾਂ ਜਿਹੜਾ ਸਰੀਰ ਤਿਆਗਣ ਵੇਲੇ ਤੇ ਪ੍ਰਾਪਤ ਹੋਇਆ। ਸੋ ਇਸ ਤਰ੍ਹਾਂ ਨਾਲ ਡੱਲਾ ਕਹਿਣ ਲੱਗਾ ਕਿ ਮਹਾਰਾਜ ਬਾਰਿਸ਼ ਨਹੀਂ ਹੁੰਦੀ, ਤਾਂ ਉਹ ਕਹਿਣ ਲੱਗੇ ਭਾਈ ਬਾਰਿਸ਼ ਤਾਂ ਬਹੁਤ ਹੋ ਜਾਊਗੀ। ਕਹਿੰਦਾ ਮਹਾਰਾਜ ਕਿਵੇਂ ਹੋ ਜਾਊਗੀ, ਅਸੀਂ ਤਾਂ ਕਈ ਉਪਾਅ ਕਰੀ ਜਾਂਦੇ ਹਾਂ। ਮਹਾਰਾਜ ਜੀ ਕਹਿਣ ਲੱਗੇ ਭਾਈ ਤੁਸੀਂ ਉਹ ਉਪਾਅ ਨਹੀਂ ਕੀਤਾ ਜਿਹੜਾ ਕਰਨ ਯੋਗ ਹੈ, ਤੇ ਜਦੋਂ ਉਹ ਉਪਾਅ ਕਰੋਗੇ ਬਾਰਿਸ਼ ਬਹੁਤ ਹੋ ਜਾਊਗੀ। ਉਹ ਕਹਿਣ ਲੱਗਾ ਮਹਾਰਾਜ ਜੀ ਉਹ ਕਿਹੜਾ ਉਪਾਅ ਹੈ?
महाराज जी कहन लगे भाई वो ये उपाय है कि जोड़े चक करके इंद्र नूं दिखाओ। कहता महाराज थोड़े जोड़े चक के दिखाइए। कहता भाई भावें आपदे चक के दिखा दो। कहते आपदे तो महाराज असीं दिखाउण दे जोग नहीं, इंद्र फिर भी वड्डा देवता है, किते होर नाराज ना हो जाए, पर महाराज जी थोड़े जोड़े चक के असीं इंद्र नूं दिखा दिंने आ। महाराज जी दे जोड़े चक के कई कहते जोड़े मारे, जुत्तियां मारियां। वो जुत्तियां मारन तो भाव नहीं सी, महाराज नहीं किसी दे जुत्तियां मारदे, वो नहीं किसी दे जुत्तियां सिੱਟਦੇ। वो ये ਜਿਹੜੇ छोटियां बिरतियां वाले लोग करते आ, किसी ते जुत्ती सिੱਟਤੀ, किसी ते गोहा सिੱਟਤਾ, किसी ते तेल पाता, किसी ते तेजाब पाता, यह जे काम महाराज नहीं करते। उन्हां दे कहण समझाउण तो भाव ये सी बई जे परमात्मा की बंदगी करोगे ना, ਜਿਹਦੇ इंद्र वर्गे जुत्तियां चक्कण वर्गे, जुत्तियां चक्कण जोगे है ये ਜਿਹੜੇ इंद्र वर्गे ने ना, ये अकाल पुरख परमात्मा ਦੀਆਂ जुत्तियां चक्कण जोगे ही है, इदू वड्डी पदवी नहीं है इन्हां दी। जे परमात्मा का सिमरन करोगे तो भाई फिर थोड़ियां भी जुत्तियां चक लैणगे जे परमात्मा का सिमरन करोगे, नहीं तो फिर सारे भाई थोड़े उत्ते भारू हो जाणगे। कोई काल पा दूगा, कोई हवा सुका दूगा, तो फिर तो इन्हां दियां पूजा प्रतिष्ठा 'च ही लगे रहोगे। जिहड़ा इन्हां नूं सिरजण वाला है, तो जे सच्चे पातशाह महाराज जी कहते वो पद चिन्हां ते चलोगे, वह सिमरन करोगे। इंद्र विचारा की है, ये तो मीह लैके माशकी बन के भाई कन्हैये वांगू मशक चक के पानी की थोड़े नाल तुरया फिरूगा भी दसो महाराज कित्थे पाउणा, किहड़े फुल्लां नूं पा दईए, किहड़ी क्यारी नूं ला दईए। ये समझाउण दा महाराज जी का मतलब सीगा। जदों चक के महाराज जी दे जोड़े दिखाए, उस वेले कहंदे पता ही नहीं किधरों बदल आ गए, मीह पैण लग गया, सर सब्ज कर दिता। तो सच्चे पातशाह महाराज जी कहते देख डलिया किन्ने अंब। कहता महाराज अंब कित्थे आ इत्थे, ये तो अक्कां नूं कुकड़ियां बंकड़ियां लगियां होईयां ने। महाराज कहते तैनूं अजे भी समझ नहीं आई, जुत्तियां दिखा के इंद्र तो नाले मीह पवा लिया, अजे भी तैनूं अंब नहीं दिखदे। फिर महाराज सच्चे पातशाह जी ने कहा देख भाई किन्नियां कणकां। कहता महाराज इत्थे कणकां कित्थे हुंदियां ने, तां बूई खड़ी है, पुठ कंडा खड़ा, इत्थे तां सरकड़ा खड़ा। महाराज जी क्योंकि बेरान धरती सी, सर सब्ज बहुत घट सीगी। महाराज कहण लगे देख भाई अनार लगे हुए ने। महाराज नूं कहण लगा महाराज इत्थे अनार कित्थे, ये तां गर्मी दे नाल टिब्बे भखदे आ, उन्हां दे विचों अखां नूं सेक लग के भुलेखे पैंदे आ भी अनार लगे हुए आ। सच्चे पातशाह महाराज कहंदे डलिया जे हुणे साडा वचन मन लैंदा ना, कह दिंदा हाँ महाराज लगे हुए आ, हुणे ही लग जाने सी। असीं रातों रात सरहंद दे बागां दी धरती सी जिहड़ी ਉਹ देवतिਆਂ ਤੋਂ ਪਟਾ ਕੇ ਇੱਥੇ ਵਿਛਾ ਦੇਣੀ ਸੀ, ਇੱਥੇ ਲਵਾ ਦੇਣੀ ਸੀ। ਅੱਜ ਵੀ ਆ ਦੇਖੋ ਜਿੱਥੇ ਘਾਹ ਦੇ ਪਲਾਟ ਲਾਉਂਦੇ ਆ, ਪੱਟਿਆ ਪਟਾਇਆ ਘਾਹ ਲੈ ਆਉਂਦੇ ਆ, ਅੱਧਾ ਫੁੱਟ ਜਿਹੜੀ ਮੋਟੀ ਪਰਤ ਤੇ ਲਿਆ ਕੇ ਉੱਤੇ ਵਿਛਾ ਦਿੰਦੇ ਆ, ਚੱਲ ਪੈਂਦਾ। ਰਾਤੋਂ ਰਾਤ ਪੱਟ ਕੇ ਗੱਡੀਆਂ ਰਾਹੀਂ ਹਰਾ ਬਣਾ ਦਿੰਦੇ ਆ, ਰਾਤੋਂ ਰਾਤ ਘਾਹ ਲਾ ਕੇ ਪੌਦੇ ਚਲਾ ਦਿੰਦੇ ਆ। ਜੇ ਇਹ ਕਰ ਸਕਦੇ ਆ ਰਾਤੋਂ ਰਾਤ ਹਰਾ ਕਰ ਸਕਦੇ ਆ ਸੁੱਕੇ ਨੂੰ, ਤੇ ਸੱਚੇ ਪਾਤਸ਼ਾਹ ਕੀ ਨਹੀਂ ਕਰਦੇ। सूके हरे की है खिन माहे, अमृत दृष्ट संच जी वाहे। एक मिनट च हरे कर सकते हैं। वो तो आ दृष्टि के नाल देखण नाल ही आ कागज़ के फुल्लां नूं ऐ विचों तुइयां कढ़ देणगे भी लै बई आ फुੱਲ लग गए, उन्हां दी किरपा। इस तरह साहिब सच्चे पातशाह महाराज कहंदे जे बचन करदे, बचन मनदा ਤਾਂ ਹੁਣੇ ਹੀ ਅੰਬ ਅਨਾਰ ਲੱਗ ਜਾਣੇ ਸੀ, ਪਰ ਹੁਣ ਡੱਲਿਆ ਤੂੰ 3 ਵਾਰੀ ਬਚਨ ਮੋੜਤਾ, ਥੋੜ੍ਹਾ ਜਿਹਾ ਸਮਾਂ ਲੱਗੂਗਾ। ਫਿਰ ਥੋੜ੍ਹਾ ਜਿਹਾ ਸਮਾਂ ਲੱਗਾ ਜਦੋਂ 1894 ਦੇ ਵਿੱਚ ਸਾਧ ਸੰਗਤ ਜੀ, ਇਹ 1854 'ਚ ਨਹਿਰ ਨਿਕਲਣੀ ਸ਼ੁਰੂ ਹੋਈ ਗੰਗ ਕਨਾਲ, ਅਤੇ ਇਹ ਬਾਅਦ ਦੇ ਵਿੱਚ 1894 ਦੇ ਵਿੱਚ ਇਹਦਾ ਕੰਮ ਪੂਰਾ ਹੋ ਕੇ ਮਾਲਵੇ ਦੇ ਉਸ ਤਿਹਾਏ ਹਫੇ ਹੋਏ ਟਿੱਬਿਆਂ ਦੇ ਖੇਤਰ ਨੂੰ ਜਿਹੜਾ ਉਪਜਾਊ ਬਣਾਉਣ ਵਾਸਤੇ ਮਹਾਰਾਜ ਜੀ ਦੇ ਬਚਨ, ਉਹ ਫਿਰ ਜਿਹੜਾ ਬ੍ਰਿਟਿਸ਼ ਗੌਰਮੈਂਟ ਦੇ ਇੰਜੀਨੀਅਰਾਂ ਨੂੰ ਕੰਨ ਮਰੋੜ ਕੇ ਮਹਾਰਾਜ ਜੀ ਨੇ ਕਰਵਾ ਕੇ ਉੱਥੇ ਤੱਕ ਪਾਣੀ ਕਢਾਉਣਾ ਕੀਤਾ। ਜਿੱਥੇ ਪਾਣੀ ਨਹੀਂ ਸੀ ਜਾਂਦਾ, ਖੂਹਾਂ ਦੀ ਖੇਤੀ ਸੀ, ਖੂਹਾਂ ਦੁਆਰਾ ਕਿੰਨਾ ਕੁ ਕੋਈ ਸਿੰਜ ਲੈਂਦਾ, ਖੂਹਾਂ ਨੂੰ ਚਲਾ ਕੇ ਬਥੇਰਾ ਯਤਨ ਕਰਦੇ ਸੀ। ਉਸ ਵੇਲੇ ਖੂਹ ਲਾਉਣਾ ਵੀ ਮਹਾ ਕਠਿਨ ਕੰਮ ਸੀਗਾ। ਤਾਂ ਸਤਿਗੁਰੂ ਸਾਹਿਬ ਜੀ ਨੇ ਇਸ ਤਰ੍ਹਾਂ ਨਾਲ ਵਰ ਵਰਦਾਨ ਦਿੱਤੇ। ਜੋ 9ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ, ਜੋ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਮੰਜੀ ਸਾਹਿਬ ਸਥਾਨ ਸੀਗਾ, ਇਤਿਹਾਸ ਬਹੁਤ ਹੈ ਉੱਥੇ ਦਾ। ਤਾਂ ਉਸ ਸਥਾਨ 'ਤੇ 9ਵੇਂ ਪਾਤਸ਼ਾਹ ਜੀ ਨੇ ਪਹਿਲਾਂ ਸਮੁੰਦਰ ਰਿਖੀ ਦੇ ਰੂਪ ਦੇ ਵਿੱਚ ਤਪ ਕੀਤਾ ਸੀ। ਜਦੋਂ 9ਵੇਂ ਪਾਤਸ਼ਾਹ ਨੇ ਦਸ਼ਾਲਿਆਂ ਨਾਲ ਉਹਦੀ ਕਾਰ ਕੱਢੀ ਸੀ, ਤੇ ਗੁਰੂ ਗੋਬਿੰਦ ਸਿੰਘ ਜੀ ਬਾਬਤ ਬਚਨ ਕਰ ਗਏ ਸੀ ਵੀ ਅਸੀਂ ਇਹਦੀ ਗਾਰ ਹੈ ਜਿਹੜੀ ਪਾਣੀ ਨੂੰ ਸਵੱਛ ਰੱਖਣ ਵਾਸਤੇ, ਲੋਕਾਂ ਦੀ ਸਹੂਲਤ ਵਾਸਤੇ ਦੁਸ਼ਾਲੇ ਨਾਲ ਕੱਢਦੇ ਹਾਂ, ਤੇ ਸਾਡੇ ਤੋਂ ਬਾਅਦ ਆਉਣ ਵਾਲਾ ਢਾਲਾਂ ਦੇ ਨਾਲ ਕੱਢੂਗਾ, ਢਾਲਾਂ ਦੇ ਨਾਲ ਮਾਇਆ ਵਰਤਾਊਗਾ, ਢਾਲੇ ਭਰ ਭਰ ਕੇ ਢਾਲਾਂ ਦੇ ਨਾਲ ਕਾਰ ਕੱਢੂਗਾ ਆਪ, ਤੇ ਫਿਰ 9 ਨੇਜੇ ਉੱਚਾ ਜਿਹੜਾ ਉਹਦਾ ਨਿਸ਼ਾਨ ਤੇ ਮੰਦਰ ਸੁਭਾਏਮਾਨ ਹੋਊਗਾ।
ਹੁਣ 9 ਨੇਜੇ ਦੇਖ ਲਓ ਸਾਧ ਸੰਗਤ ਜੀ ਕਿੰਨੇ ਹੁੰਦੇ ਆ। ਨੇਜਾ ਘੱਟੋ ਘੱਟ 12 ਫੁੱਟ ਦਾ ਹੁੰਦਾ, ਤੇ 12 ਨੂੰ 9 ਤੇ ਗੁਣਾ ਕਰ ਲਓ, ਤੇ ਇੰਨਾ ਮੰਜ਼ਲਾ ਉੱਚਾ ਜਿਹੜਾ ਨਿਸ਼ਾਨ ਹੈ ਉਹ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਤਖਤ ਦਾ ਤੇ 9ਵੇਂ ਪਾਤਸ਼ਾਹ ਦੇ ਅਸਥਾਨ ਦਾ ਜਿਹੜਾ ਸਭ ਤੋਂ ਉੱਚਾ ਨਿਸ਼ਾਨ ਉਹ 10ਵੇਂ ਪਾਤਸ਼ਾਹ ਜੀ ਨੇ ਬਚਨ ਆ ਕਰਕੇ ਫਿਰ ਉੱਥੇ ਪੂਰੇ ਕੀਤੇ। ਜਦੋਂ ਸੱਚੇ ਪਾਤਸ਼ਾਹ ਮਹਾਰਾਜ ਜੀ ਸਾਧ ਸੰਗਤ ਜੀ ਉਸ ਗੁਰਸਾਗਰ ਸਰੋਵਰ ਕਹਿੰਦੇ ਆ ਉਹਨੂੰ, ਕਿਉਂਕਿ 1920-22 ਦੇ ਵਿੱਚ ਇਹ ਸਾਰੀ ਸੇਵਾ ਤਖਤ ਸ੍ਰੀ ਦਮਦਮਾ ਸਾਹਿਬ ਜੀ, ਮੈਂ ਇਹ ਗੱਲ ਰਹਿ ਨਾ ਜਾਵੇ ਦੱਸਣੋਂ, ਸ਼੍ਰੀਮਾਨ ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਨੇ ਕਰਵਾਈ। ਜਿੰਨੀ ਵੀ ਸੇਵਾ ਪਹਿਲਾਂ ਉਹਨਾਂ ਨੇ ਜਾ ਕੇ, ਕਿਉਂਕਿ ਪੰਥ ਨੇ ਜਦੋਂ ਬਾਬਾ ਦੀਪ ਸਿੰਘ ਨੂੰ ਇਹ ਤਖਤ ਦਮਦਮਾ ਸਾਹਿਬ ਦੀ ਸਾਰੀ ਸੇਵਾ ਮਹਾਰਾਜ ਜੀ ਤੋਂ ਬਾਅਦ ਸੰਭਾ ਦਿੱਤੀ ਸੀ ਪੰਥ ਨੇ ਫੈਸਲਾ ਕਰਕੇ, ਤਾਂ ਫਿਰ ਉਹਨਾਂ ਦੀ ਕੁੱਲ ਦੇ ਵਿੱਚੋਂ ਰਈਸ ਸਜਾਦਪੁਰੀਏ ਜਿਹੜੇ ਅੰਬਾਲੇ ਦੇ ਪਾਸ ਸਜਾਦਪੁਰ ਹੈ, ਉਹਨਾਂ ਨੇ ਇਹਨੂੰ ਖੁਦ ਮੁਖਤਿਆਰੀ ਆਪਣੇ ਅਮਲ ਦੇ ਵਿੱਚ ਲੈ ਲਿਆ ਸੀ ਬਾਬਾ ਦੀਪ ਸਿੰਘ ਦੇ ਵੰਸ਼ 'ਚ ਦੱਸ ਕੇ। ਉਸ ਵੇਲੇ ਪੰਥ 'ਚ ਇੰਨੀ ਜਾਗਰੂਕੀ ਹੈ ਨਹੀਂ ਸੀ, ਪ੍ਰੈਸ ਨਹੀਂ ਸੀ, ਖਬਰ ਦਾ ਪਤਾ ਨਹੀਂ ਸੀ ਲੱਗਦਾ, ਦੂਰ ਦੁਰਾਡੇ ਵਸਦੇ ਸੀ, ਰਾਹ ਨਹੀਂ ਸਨ। ਉਹ ਬਹੁਤ ਸਮਾਂ ਸ਼ਹਿਜ਼ਾਦਪੁਰੀਆਂ ਦਾ ਕਬਜ਼ਾ ਦਮਦਮਾ ਸਾਹਿਬ 'ਤੇ ਹੋਇਆ ਰਿਹਾ, ਅਤੇ ਉਹ ਆਪਣੀ ਮਨਮਰਜ਼ੀ ਅਨੁਸਾਰ ਜ਼ਮੀਨਾਂ ਜਾਇਦਾਦਾਂ ਨੂੰ ਖਾਂਦੇ ਰਹੇ। ਜਿਵੇਂ ਬ੍ਰਿਟਿਸ਼ ਗੌਰਮੈਂਟ ਦੇ ਵੇਲੇ ਵੀ ਉਹਨਾਂ ਨੂੰ ਵੀ ਬ੍ਰਿਟਿਸ਼ ਗੌਰਮੈਂਟ ਨੇ ਸ਼ਹਿ ਦਿੱਤੀ, ਕਿਉਂਕਿ ਜਿੰਨੀਆਂ ਗੁਰਦੁਆਰਿਆਂ ਨੂੰ ਜ਼ਮੀਨਾਂ ਲੱਗੀਆਂ ਸਨ, ਜੇ ਨਨਕਾਣਾ ਸਾਹਿਬ ਦਾ ਜੈਤੋ ਦਾ ਮੋਰਚਾ ਹੋ ਰਹੇ ਸਾਕੇ ਹੋਏ, ਜ਼ਮੀਨਾਂ ਪਿੱਛੇ ਹੋਏ, ਕਿਉਂਕਿ ਜਿਹੜੇ ਕਾਬਜ਼ ਸਨ ਉਹ ਧੜਾ ਉਹਨਾਂ ਨੂੰ ਸਰਕਾਰ ਪਿੱਠ ਠੋਕਦੀ ਸੀ, ਅਤੇ ਡਿਪਟੀ ਕਮਿਸ਼ਨਰ ਉਹਨਾਂ ਆਪਦੇ ਬਿਠਾਏ ਕਰਿੰਦਿਆਂ ਦੇ ਨਾਲ ਮਿਲ ਕੇ ਗੁਰਦੁਆਰਿਆਂ ਦੀ ਆਮਦਨ ਨੂੰ ਦੋਨੀ ਹੱਥੀ ਲੁੱਟ ਰਹੇ ਸਨ। ਇਸੇ ਬਾਬਤ ਇਹ ਐਜੀਟੇਸ਼ਨਾਂ ਪੈਦਾ ਹੋਈਆਂ, ਜਿੰਨੇ ਮੋਰਚੇ ਲੱਗੇ ਫਿਰ ਉਹਨਾਂ ਮਹੰਤਾਂ ਨੂੰ ਕੱਢਿਆ, ਪਾਉਂਟਾ ਸਾਹਿਬ ਦੇ ਮਹੰਤ ਨੂੰ, ਤਰਨਤਾਰਨ ਦੇ ਮਹੰਤ ਨੂੰ, ਨਨਕਾਣਾ ਸਾਹਿਬ ਦੇ ਮਹੰਤ ਨੂੰ, ਜਿਹੜਾ ਬਾਅਦ ਦੇ ਵਿੱਚ 1974 'ਚ ਅੰਗਰੇਜ਼ ਸਰਕਾਰ ਨੇ ਉਹਨੂੰ ਯੂਪੀ 'ਚ ਫਾਰਮ ਦਿੱਤਾ ਸੀ, ਨਰੈਣੋ ਮਹੰਤ ਨੂੰ। ਉਹਨੂੰ ਮਾਰਿਆ ਨਹੀਂ ਕਿਸੇ ਨੇ, ਉਹ ਜਿਹੜਾ ਆਪਦੀ ਮੌਤ 90-92 ਸਾਲ ਦਾ ਹੋ ਕਰਕੇ ਯੂਪੀ ਦੇ ਵਿੱਚ ਮਰਿਆ, ਜਿਹਨੇ ਨਨਕਾਣਾ ਸਾਹਿਬ ਸਾਕਾ ਕਰਵਾਇਆ ਸੀ, ਕਿਉਂਕਿ ਇਤਿਹਾਸ ਦੱਸਦਾ ਇਹ। ਇਸ ਤਰ੍ਹਾਂ ਨਾਲ ਇਹ ਜਿਹੜੇ ਸ਼ਹਿਜ਼ਾਦਪੁਰੀਏ ਸਨ ਇਹ ਵੀ ਸਿੱਖ ਸੰਗਤਾਂ ਨੂੰ ਤੰਗ ਕਰਦੇ ਸੀ ਬਾਅਦ ਦੇ ਵਿੱਚ, ਫਿਰ ਇਹਨਾਂ ਕੋਲੋਂ ਵੀ ਸੰਗਤਾਂ ਨੂੰ ਜਿਹੜਾ ਪ੍ਰਬੰਧ ਸੀ ਬੜੀ ਜੱਦੋਜਹਿਦ ਤੋਂ ਬਾਅਦ ਲੈਣਾ ਪਿਆ। ਸੰਤ ਅਤਰ ਸਿੰਘ ਮਹਾਰਾਜ ਜੀ ਨੇ ਜਦੋਂ ਦੇਖਿਆ, ਉਦੋਂ ਅੰਗਰੇਜ਼ ਦਾ ਰਾਜ ਹੀ ਸੀ, ਕਿ ਸ਼ਹਿਜ਼ਾਦਪੁਰੀਏ ਸੇਵਾ ਨਹੀਂ ਕਰਵਾਉਂਦੇ, ਸੰਭਾਲ ਨਹੀਂ ਹੋ ਰਹੀ ਗੁਰਸਥਾਨਾਂ ਦੀ, ਜਿੱਥੇ ਮਰਜੀ ਕੁੱਤੇ ਫਿਰ ਰਹੇ ਆ, ਹੱਗ ਰਹੇ ਆ, ਤੇ ਇਹ ਜਿੰਨੇ ਪਹਿਰੇਦਾਰ ਹੋਣੇ ਚਾਹੀਦੇ ਆ, ਤੇ ਜੋ ਪ੍ਰਬੰਧਨ ਗੁਰੂ ਘਰ ਦਾ ਹੋਣਾ ਚਾਹੀਦਾ, ਜਿਵੇਂ ਲੰਗਰ ਚੱਲਣਾ ਚਾਹੀਦਾ, ਸਾਫ਼ ਸਫਾਈ ਵੀ ਹੈ ਨਹੀਂ, ਇਹ ਤੇ ਖਰਚਾ ਨਹੀਂ ਕਰ ਰਹੇ। ਤਾਂ ਫਿਰ ਸੰਤ ਮਹਾਰਾਜ ਜੀ ਨੇ ਪੰਥ ਨੂੰ ਪ੍ਰੇਰ ਕੇ ਨਾਲ ਉੱਥੇ ਡੇਰੇ ਲਾ ਕੇ ਤੇ 2-2.5 ਸਾਲ ਰਹਿ ਕੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਤੇ ਉੱਥੇ ਸਾਰੀ ਸੇਵਾ ਜਿਹੜੀ ਕਰਵਾਉਣਾ ਕੀਤੀ। ਜਦੋਂ ਸੰਤ ਅਤਰ ਸਿੰਘ ਜੀ ਸੇਵਾ ਕਰਵਾ ਰਹੇ ਸੀ, ਉਦੋਂ ਵੀ ਕਈ ਲੋਕ ਜਿਹੜੇ ਆਪਦੇ ਕੁੱਤਿਆਂ ਬਿੱਲਿਆਂ ਡੰਗਰਾਂ ਨੂੰ ਉਹ ਸਰੋਵਰ 'ਚ ਪਾਣੀ ਪਿਆਉਣ ਆ ਜਾਂਦੇ ਸੀ। ਫਿਰ ਜਿਹੜੇ ਮਸਤੂਆਣੇ ਟਕਸਾਲ ਦੇ ਸੰਤ ਸੇਵਕ ਜੱਥਾ ਸਿੰਘ ਸਨ ਉਹ ਫਿਰ ਰੋਕਦੇ ਸੀ, ਜਦੋਂ ਨਹੀਂ ਰੁਕਦੇ ਸੀ ਫਿਰ ਕਈ ਵਾਰ ਉੱਥੇ ਡਾਂਗ ਕੁਹਾੜੀ ਤਲਵਾਰ ਚੱਲੀ, ਫਿਰ ਪਿੰਡ ਵਾਲਿਆਂ ਨੂੰ ਸਿੰਘਾਂ ਨੇ ਵੜਤੇ ਬਈ ਇਹ ਨਹੀਂ ਅਸੀਂ ਕਰਨ ਦੇਣਾ, ਅਸੀਂ ਦੇਖ ਕੇ ਮੱਖੀ ਨਹੀਂ ਨਿਗਲ ਸਕਦੇ, ਇਹ ਬੇਅਦਬੀ ਕਰੋਗੇ ਤੁਹਾਨੂੰ ਦੇਣਦਾਰੀ ਦੇਣੀ ਪਊਗੀ, ਅਸੀਂ ਰੋਕਾਂਗੇ ਤੁਸੀਂ ਰੁਕਣਾ ਨਹੀਂ, ਲੜਾਈਆਂ ਹੋਣਗੀਆਂ, ਫਸਾਦ ਹੋਣਗੇ, ਕਤਲੋਗਾਰਤ ਹੋਊਗੀ, ਤੇ ਸਾਨੂੰ ਕੋਈ ਪਰਵਾਹ ਨਹੀਂ ਹੈ। ਸੰਤ ਅਤਰ ਸਿੰਘ ਮਹਾਰਾਜ ਜੀ ਦਾ ਸੰਤ ਸੇਵਕ ਜੱਥਾ। ਫਿਰ ਲੋਕ ਸਨ ਜਿਹੜੇ ਹੌਲੀ ਹੌਲੀ ਜਦੋਂ ਕਈਆਂ ਦੀਆਂ ਲੱਤਾਂ ਬਾਹਾਂ ਵੱਢੀਆਂ ਤੇ ਫਿਰ ਹਟ ਗਏ ਸਨ, ਫਿਰ ਡਰ ਮੰਨਣ ਲੱਗ ਗਏ ਵੀ ਇਹ ਸਰੋਵਰ ਹੈ। ਫਿਰ ਪਤਾ ਲੱਗਾ ਉਹਨਾਂ ਨੂੰ ਵੀ ਇਹ ਸਰੋਵਰ ਹੈ, 'ਚ ਮੱਝਾਂ ਨਹੀਂ ਵਾੜਦੀਆਂ, ਇਹਦੇ ਵਿੱਚ ਗੰਦੇ ਮੰਦੇ ਵਾਲੇ ਹੱਥ ਨਹੀਂ ਧੋਣੇ, ਇਹਦੇ ਵਿੱਚ ਕੁੱਤੇ ਬਿੱਲਿਆਂ ਨੂੰ ਨਹੀਂ ਲਿਆ ਕੇ ਬਿਠਾਉਣਾ, ਇਹ ਸਰੋਵਰ ਹੈ ਗੁਰਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗੇ ਨਹੀਂ ਦੂਰੇ। ਇਸ ਤਰ੍ਹਾਂ ਇਹ ਖਿਤਾਬ ਸਾਧ ਸੰਗਤ ਜੀ ਸਰੋਵਰਾਂ ਨੂੰ ਪ੍ਰਾਪਤ ਹੋਏ। ਬੜੀਆਂ ਘਾਲਣੀਆਂ ਪਈਆਂ, ਜਿੱਥੇ ਜਾ ਕੇ ਅਸੀਂ ਚੁੱਭਾ ਵੀ ਨਹੀਂ ਲਾ ਸਕਦੇ, 10 ਰੁਪਏ ਖਰਚ ਕੇ ਵੀ ਨਹਾ ਲਈਏ, ਦੇਖ ਕਰਾ ਦਈਏ, ਬੜੀਆਂ ਘਾਲ ਕੇ ਸਥਾਨ ਹੋਣ ਦੇ ਵਿੱਚ ਆਏ ਆ। ਸੋ ਇਸ ਤਰ੍ਹਾਂ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਢਾਲਾਂ ਨਾਲ ਮਾਇਆ ਵੰਡੀ ਉੱਥੇ, ਤੇ ਫਿਰ ਆਪਦੀ ਢਾਲ ਨਾਲ 9ਵੇਂ ਪਾਤਸ਼ਾਹ ਦੇ ਸਰੋਵਰ ਦੀ ਕਾਰ ਕੱਢੀ। ਉਸ ਵੇਲੇ ਬੜਾ ਭਾਰੀ ਇਕੱਠ ਹੋ ਗਿਆ, ਤੇ ਉਸ ਵੇਲੇ ਇਕੱਠ ਹੋ ਗਿਆ, ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਹੁਣ ਜਿਹੜਾ ਅੰਮ੍ਰਿਤ ਹੈ ਇੱਕ ਵਾਰ ਤਿਆਰ ਕਰਕੇ ਛਕਾਵਾਂਗੇ, ਫਿਰ ਸਰੋਵਰ 'ਚ ਪਾਵਾਂਗੇ। ਮਹਾਰਾਜ ਜੀ ਨੇ ਅੰਮ੍ਰਿਤ ਤਿਆਰ ਕੀਤਾ। ਜਦੋਂ ਅੰਮ੍ਰਿਤ ਤਿਆਰ ਕੀਤਾ ਤਾਂ ਛਕਣ ਵਾਲਿਆਂ ਦੀ ਗਿਣਤੀ ਕਹਿੰਦੇ 40,000 ਦੇ ਕਰੀਬ ਦੱਸਦੇ ਆ। ਕੜੇ ਤੇ ਕਛਹਿਰੇ ਦੇਣੇ ਮੁਸ਼ਕਲ ਹੋ ਗਏ। ਉਸ ਵੇਲੇ ਕਿਹੜੇ ਮਸ਼ੀਨਾਂ ਨਾਲ, ਹੱਥੀਂ ਕੰਮ ਸੀ ਸਾਰਾ, ਕੜੇ ਵੀ ਹੱਥੀਂ ਬਣਦੇ ਸੀ, ਤੇ ਜਿਹੜੇ ਕਛਹਿਰੇ ਵੀ ਹੱਥੀਂ ਤਰਪਾਈ ਕਰਨੀ ਪੈਂਦੀ ਸੀ ਸੂਈਆਂ ਕੰਧੂਈਆਂ ਨਾਲ।
ਤੇ ਉਹ ਜਿਹੜੇ ਕਛਹਿਰੇ ਤੇ ਫਿਰ ਕੜੇ ਦੇਣੇ ਵੀ ਮੁਸ਼ਕਲ ਹੋ ਗਏ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਪਤਾ ਕੀ ਕਹਿੰਦੇ, ਲੰਬਾ ਕੱਪੜਾ ਵਿਛਾਤਾ ਮਹਾਰਾਜ ਨੇ ਚੱਟਾ, ਕਹਿੰਦੇ ਕੱਪੜੇ ਦੇ ਉੱਤੇ ਖੜ ਕੇ ਇੱਕ ਵਾਰੀ ਚੂਲੇ ਲੈ ਲਓ, ਬਾਅਦ ਚ ਕਛਹਿਰੇ ਪਾ ਕੇ ਸਵਾ ਲਿਓ। ਮਹਾਰਾਜ ਕਹਿੰਦੇ ਹੁਣ ਇੱਕਦਮ ਕਛਹਿਰੇ ਤੁਹਾਨੂੰ ਕਿੱਥੋਂ ਬਣਾ ਕੇ ਦਈਏ, ਕਿੱਥੋਂ ਦਰਜੀ ਇੰਨੇ ਲਿਆਈਏ, ਇਹ ਕੰਮ ਹੱਥ ਦਾ ਥੋੜ੍ਹਾ ਜਿਹਾ ਸਮਾਂ ਲੱਗ ਕੇ ਹੋਊਗਾ। ਮਹਾਰਾਜ ਕਹਿੰਦੇ ਹੁਣ ਇੱਦਾਂ ਹੀ ਤੁਸੀਂ ਜਿਹੜਾ ਨਾ ਸੁੱਚੇ ਹੋ ਕਰਕੇ ਕੱਪੜੇ ਦੇ ਉੱਤੇ ਖੜ ਜਾਓ ਤੇ ਇਹਦੇ ਉੱਤੇ ਖੜ ਕੇ ਚੂਲੇ ਲੈ ਲਓ ਤੇ ਬਾਅਦ 'ਚ ਕੋਈ ਕਰਮ ਵਿਕਰਮ ਨਾ ਕਰਿਓ, ਕ੍ਰਿਤਾਂ ਨਾ ਕਰਿਓ, ਫਿਰ ਕਕਾਰ ਧਾਰ ਕੇ ਤੇ ਤੁਸੀਂ ਕਛਹਿਰੇ ਸਵਾ ਕੇ ਪਾ ਲਿਓ ਤੇ ਫੇਰ ਨਾ ਨਾਲਾ ਢਿੱਲਾ ਕਰਿਓ। ਹੁਣ ਕੇਰਾਂ ਇਸ ਤਰ੍ਹਾਂ ਮਹਾਰਾਜ ਕਹਿੰਦੇ ਚੂਲੇ ਛਕ ਲਓ, ਛੋਟ ਦੇ ਦਿੱਤੀ, ਕਿਉਂਕਿ ਸਮਰੱਥ ਨੇ ਛੋਟ ਵੀ ਦੇ ਦਿੰਦੇ ਆ, ਛੋਟ ਦੇ ਦਿੱਤੀ ਮਹਾਰਾਜ ਸੱਚੇ ਪਾਤਸ਼ਾਹ। ਫਿਰ ਉਹਨਾਂ ਲੋਕਾਂ ਨੇ ਅੰਮ੍ਰਿਤ ਪਾਨ ਕਰ ਲਿਆ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਸਾਰਿਆਂ ਨੂੰ ਹੁਣ ਹੱਥੀਂ ਛਕਾਉਣਾ, ਇੰਨੇ 5 ਪਿਆਰੇ ਲਾਉਣੇ ਕਠਨ ਹੈ। ਜਿਹੜਾ ਬਚਿਆ ਅੰਮ੍ਰਿਤ ਸੀ ਉਹ ਗੁਰਸਾਗਰ ਸਰੋਵਰ ਦੇ ਵਿੱਚ ਤਖਤ ਦਮਦਮਾ ਸਾਹਿਬ ਦੇ ਪਿੱਛੇ, ਉੱਥੇ 7 ਸਰੋਵਰ ਨੇ ਸਾਧ ਸੰਗਤ ਜੀ, ਕਦੇ ਵੀ ਜਾਓ ਤਖਤ ਦਮਦਮਾ ਸਾਹਿਬ ਜਿਹੜੇ ਸਰੋਵਰ ਨੇ ਉਹ 7 ਸਰੋਵਰ ਨੇ। 7 ਦੇ ਵਿੱਚੋਂ 3 ਸਰੋਵਰਾਂ ਦੀ ਸੇਵਾ ਅਜੇ ਹੋਣ ਵਾਲੀ ਆ ਤੇ 4 ਸਰੋਵਰ ਨੇ ਜਿਹੜੇ ਉਹ ਮੁਕੰਮਲ ਨੇ, ਉਹਨਾਂ 'ਚ ਪਾਣੀ ਹੈਗਾ, ਉੱਥੇ ਸੰਗਤ ਇਸ਼ਨਾਨ ਕਰਦੀ ਹੈ। 3 ਸਰੋਵਰਾਂ ਦੀ ਅਜੇ ਸੇਵਾ ਹੋਣ ਵਾਲੀ, ਨਿਸ਼ਾਨੀਆਂ ਉਹਨਾਂ ਦੀਆਂ ਪਈਆਂ, ਥਾਂ ਵੀ ਛੱਡਿਆ ਹੋਇਆ, ਪਰ ਸੇਵਾ ਹੋਣ 'ਤੇ ਅਜੇ ਥੋੜ੍ਹਾ ਜਿਹਾ ਸਮਾਂ ਲੱਗੂਗਾ। ਫਿਰ ਭਵਿੱਖਤ ਬਚਨ ਇਹ ਵੀ ਦੱਸਦੇ ਆ ਕਿ ਜਦੋਂ ਤਲਵੰਡੀ ਸਾਬੋ ਦੇ ਉਹਨਾਂ 3 ਸਰੋਵਰਾਂ ਦੀ ਵੀ ਸੇਵਾ ਮੁਕੰਮਲ ਹੋ ਗਈ, ਉਦੋਂ ਕਹਿੰਦੇ ਖਾਲਸੇ ਦਾ ਰਾਜ ਹੋ ਜਾਣਾ। ਭਵਿੱਖਤ ਬਚਨ ਦੱਸਦੇ ਆ ਵੀ ਜਦੋਂ 7 ਸਰੋਵਰ ਮੁਕੰਮਲ ਪਾਣੀ ਨਾਲ ਭਰ ਗਏ ਨਾ, ਉਦੋਂ ਖਾਲਸੇ ਦਾ ਰਾਜ ਹੋ ਜਾਣਾ। ਹੁਣ ਇਹ ਭਾਵੇਂ 3 ਸਰੋਵਰਾਂ ਨੂੰ ਰਾਤੋਂ ਰਾਤ ਮੁਕੰਮਲ ਕਰ ਲਓ ਤੇ ਭਾਵੇਂ 20 ਸਾਲਾਂ ਨੂੰ ਕਰ ਲਿਓ, ਉਦੋਂ ਕਹਿੰਦੇ ਖਾਲਸੇ ਦਾ ਰਾਜ ਹੋ ਜਾਣਾ। ਭਵਿੱਖਤ ਬਚਨ ਦੱਸਦੇ ਆ 100 ਸਾਖੀ ਦੇ। ਸੋ ਇਸ ਪ੍ਰਕਾਰ ਨਾਲ ਮਹਾਰਾਜ ਜੀ ਨੇ ਕਿਹਾ ਕਿ ਭਾਈ ਹੁਣ ਬਾਕੀ ਬਚਦਾ ਅੰਮ੍ਰਿਤ ਹੈ ਜਿਹੜਾ ਭੜੇ ਕੜਾਹੇ ਕੜਾਹਿਆਂ ਦੇ ਵਿੱਚ ਤਿਆਰ ਕੀਤਾ ਸੀ, ਉਹ ਸਰੋਵਰ 'ਚ ਪਾ ਦਿਓ। ਸਰੋਵਰ 'ਚ ਪਾ ਦਿੱਤਾ। ਸਰੋਵਰ 'ਚ ਪਾ ਕੇ ਮਹਾਰਾਜ ਨੇ ਬਚਨ ਕੀਤਾ ਸਾਰੀਆਂ ਸਿੱਖ ਸੰਗਤਾਂ ਨੂੰ ਕਿ ਭਾਈ ਅਸੀਂ ਬਹੁਤਾ ਸਮਾਂ ਹੁਣ ਇੱਥੇ ਰਹਿਣਾ ਨਹੀਂ ਪੰਜਾਬ ਦੇ ਵਿੱਚ, ਅਸੀਂ ਦੱਖਣ ਦੇਸ਼ ਨੂੰ ਕੂਚ ਕਰਨਾ ਤੇ ਤੁਸੀਂ ਜਿਹੜਾ ਵੀ ਕੋਈ ਆਵੇ ਸਾਡੇ ਮਗਰ ਨਾ ਭੱਜਿਓ ਅੰਮ੍ਰਿਤ ਛਕਣ ਨੂੰ। ਸ਼ਰਧਾ ਭਾਵਨਾ ਨਾਲ ਆ ਕਰਕੇ ਤੁਸੀਂ ਪਹਿਲਾਂ ਘਰੋਂ ਸੁੱਚੇ ਹੋ ਕੇ ਆਉਣਾ, ਸੁੱਚੇ ਵਸਤਰ ਪਾ ਕੇ ਨਹਾ ਧੋ ਕੇ ਆਉਣਾ, ਕ੍ਰਿਤਾਂ ਨੂੰ ਵਸਾਰ ਕੇ ਆਉਣਾ, ਰਹਿਤਾਂ ਰੱਖਣ ਦਾ ਮਨ ਬਣਾ ਕੇ ਆਉਣਾ ਹੈ ਤੇ ਫਿਰ ਆ ਕਰਕੇ ਕੀ ਕਰਨਾ, ਇਹ ਸਰੋਵਰ ਦੇ ਵਿੱਚ ਸਾਣ ਕੇਸੀ ਚੁੱਭਾ ਲਾ ਕੇ ਤੇ ਚੁੱਭਾ ਲਾ ਕਰਕੇ 5 ਚੂਲੇ ਪੀ ਲੈਣੇ ਆ। 5 ਚੂਲੇ ਜਦੋਂ ਪੀ ਲਏ ਤੇ ਭਾਵੇਂ ਬਾਹਰ ਨਿਕਲ ਕੇ ਕਕਾਰ ਧਾਰਨ ਕਰ ਲਿਓ ਤੇ ਫਿਰ ਤੁਸੀਂ ਜਿਹੜਾ ਤੁਹਾਨੂੰ ਅੱਧੀ ਸਿੱਖੀ ਹੈ, ਜਿਹੜੀ ਅੱਧਾ ਅੰਮ੍ਰਿਤ ਹੈ ਜਿਹੜਾ ਉਹ ਪ੍ਰਾਪਤ ਹੋ ਗਿਆ। 5 ਪਿਆਰਿਆਂ ਤੋਂ ਭਾਵੇਂ ਬਾਅਦ ਚ ਲੈ ਲਿਓ ਚੂਲੇ। ਇਹ ਬਚਨ ਮਹਾਰਾਜ ਜੀ ਨੇ ਕੀਤਾ। ਇਹ ਨਹੀਂ ਕਿਹਾ ਕਿ 5 ਤੋਂ ਚੂਲੇ ਲਿਓ ਹੀ ਨਾ, ਬਈ ਸਰੋਵਰ ਦੇ ਵਿੱਚ ਹੀ ਲੈ ਲਿਆ ਕਰਿਓ, ਆਪੇ ਹੀ ਛਕ ਲਿਆ ਕਰਿਓ, ਇਹ ਨਹੀਂ। ਆਰਜੀ ਪੱਖ ਨੂੰ ਮੁੱਖ ਰੱਖਦਿਆਂ ਮਹਾਰਾਜ ਜੀ ਨੇ ਵੱਡੀ ਤਾਦਾਦ ਦੇਖਦਿਆਂ, ਸਾਧਨ ਨਾ ਹੋਣ ਦਾ ਮੰਤਵ ਜਾਣਦਿਆਂ ਹੋਇਆਂ ਇਹ ਬਚਨ ਕਰ ਦਿੱਤਾ ਵੀ ਪ੍ਰੇਮ ਦੇ ਵਿੱਚ ਆ ਕੇ ਚੋਂ 5 ਚੂਲੇ ਲੈ ਕੇ ਸਣਕੇਸੀ ਇਸ਼ਨਾਨ ਕਰਕੇ ਕਕਾਰ ਧਾਰਨੀ ਕਰਕੇ ਮੰਨ ਲਓ ਵੀ ਸਾਡਾ ਪਿਤਾ ਗੁਰੂ ਗੋਬਿੰਦ ਸਿੰਘ ਹੈ, ਉਹ ਅਕਾਲ ਪੁਰਖ ਦਾ ਪੁੱਤਰ ਹੈ, ਸਾਡੀ ਮਾਤਾ ਸਾਹਿਬ ਦੇਵਾ ਹੈ, ਸਾਡਾ ਦਾਦਾ ਗੁਰੂ ਤੇਗ ਬਹਾਦਰ ਹੈ। ਇਹ ਜਾਣ ਕਰਕੇ ਕਿ ਨਾਨਕ ਨਿਰਮਲ ਪੰਥ ਚਲਾਇਆ, ਅਸੀਂ ਨਾਨਕ ਦੇ ਜਹਾਜ਼ ਤੇ ਚੜ੍ਹੇ ਹਾਂ ਤੇ ਇਸ ਤਰ੍ਹਾਂ ਮਨ 'ਚ ਧਾਰ ਕੇ ਛਕ ਲਓ, ਅੱਧੀ ਸਿੱਖੀ ਪ੍ਰਾਪਤ ਹੈ। ਫਿਰ ਜਿਹੜੇ ਸਿੱਖ ਸੀ ਵਿੱਚ ਅੱਧੇ ਸਿੱਖ ਸਨ, ਭਾਵ ਕਿ ਜਿਨ੍ਹਾਂ ਨੂੰ ਕਿਹਾ ਜਾਂਦਾ ਸਹਿਜਧਾਰੀ, ਸਹਿਜਧਾਰੀ ਸਿੱਖ, ਉਹਨਾਂ ਨੂੰ ਵੀ ਕੇਸ ਕਟਾਉਣ ਦੀ ਆਗਿਆ ਨਹੀਂ ਹੈ। ਅੰਮ੍ਰਿਤ ਭਾਵਾਂ ਨਹੀਂ ਛਕਿਆ, ਕੇਸਾਂ ਦੀ ਬੇਅਦਬੀ ਨਹੀਂ ਕਰਾ ਸਕਦਾ। 5 ਕ੍ਰਿਤਾਂ ਨਾ ਕਰਦਾ ਹੋਵੇ, ਸਹਿਜਧਾਰੀ 'ਚ ਵੀ ਉਹਨੂੰ ਮੰਨਿਆ ਹੈ। 5 ਕ੍ਰਿਤਾਂ ਨਾ ਕਰਦਾ ਹੋਵੇ, ਭਾਵੇਂ 5 ਕਕਾਰ ਨਹੀਂ ਪਾਏ, ਪਰ 5 ਕ੍ਰਿਤਾਂ ਨਾ ਕਰਦਾ ਹੋਵੇ। ਇਸ ਤਰ੍ਹਾਂ ਨਾਲ ਸੱਚੇ ਪਾਤਸ਼ਾਹ ਮਹਾਰਾਜ ਨੂੰ ਕਈ ਕਹਿਣ ਲੱਗੇ ਕਿ ਮਹਾਰਾਜ ਸਾਨੂੰ ਸਾਰੀ ਸਿੱਖੀ ਕਿਵੇਂ ਪ੍ਰਾਪਤ ਹੋਊਗੀ? ਤਾਂ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਭਾਈ ਅੱਧੀ ਤੁਹਾਨੂੰ ਮੈਂ ਮੁਖਤ ਦੇ ਵਿੱਚ ਦੇਈ ਜਾਂਦਾ, ਸਾਰੀ ਤਾਂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸਰਬੰਸ ਲੱਗ ਗਿਆ, ਮੈਨੂੰ ਵੀ ਨਹੀਂ ਪ੍ਰਾਪਤ ਹੋਈ। ਇਹਦਾ ਥਾਂ ਕੋਈ ਨਹੀਂ ਆ ਸਿੱਖੀ ਦਾ, ਸਿਰਵੱਟੇ ਸਿੱਖੀ ਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿੰਨੀ ਕਮਾਈ ਕਰ ਲਓਗੇ, ਜਿੰਨਾ ਅਭਿਆਸ, ਜਿੰਨੀ ਮਿਹਨਤ ਤੇ ਓਨੀ ਪੌੜੀ ਦਰਜਾ ਉੱਚਾ ਹੋ ਜਾਊਗਾ। ਸੱਚੇ ਪਾਤਸ਼ਾਹ ਕਹਿੰਦੇ ਸਾਰੀ ਤਾਂ ਮੈਨੂੰ ਵੀ ਨਹੀਂ ਮਿਲੀ, ਕਹਿੰਦੇ ਨਿਰਮਾਣਤਾ ਸਾਹਿਬ ਸੱਚੇ ਪਾਤਸ਼ਾਹ ਦੀ, ਨਾਲੇ ਸਿੱਖੀ ਸਾਜਣ ਵਾਲੇ ਨੇ। ਫਿਰ ਵੀ ਕਿਹਾ ਕਿ ਸਾਰੀ ਤਾਂ ਮੈਨੂੰ ਵੀ ਨਹੀਂ ਮਿਲੀ ਭਾਈ, ਜਿੰਨੀ ਕਮਾਈ ਕਰ ਲਓਗੇ ਓਨਾ ਦਰਜਾ ਉੱਚਾ ਹੋ ਜਾਊਗਾ। ਇਸ ਤਰ੍ਹਾਂ ਬਚਨ ਕੀਤੇ। ਫਿਰ ਕਈਆਂ ਨੇ ਕਿਹਾ ਕਿ ਮਹਾਰਾਜ ਸਾਨੂੰ ਸਾਰੀ ਸਿੱਖੀ ਕਿਵੇਂ ਮਿਲੂਗੀ? ਤਾਂ ਸਤਿਗੁਰੂ ਸਾਹਿਬ ਜੀ ਕਹਿੰਦੇ ਭਾਈ ਕ੍ਰਿਤਾਂ ਛੱਡੋ, ਤਮਾਕੂ ਛੱਡੋ, ਕਿਉਂਕਿ ਮਾਲਵੇ ਦੇ ਇਲਾਕੇ 'ਚ ਤਮਾਕੂ ਬਹੁਤ ਬੀਜਦੇ ਸੀ, ਕਿਉਂਕਿ ਮਾਰੂ ਇਲਾਕਾ ਸੀ। ਤਮਾਕੂ ਹੈ ਜਿਹੜਾ ਇਹ ਮਾਰੂ ਇਲਾਕੇ 'ਚ ਹੁੰਦਾ ਹੈ, ਜ਼ਿਆਦਾ ਪਾਣੀ ਦੀ ਇਹਨੂੰ ਲੋੜ ਨਹੀਂ ਹੁੰਦੀ। ਸਾਗਵਾਨ ਦੀ ਤਰ੍ਹਾਂ ਇਹਦੇ ਪੱਤੇ ਹੁੰਦੇ ਆ, ਚੌੜੇ, ਛੋਟਾ ਛੋਟਾ 4-5 ਫੁੱਟ ਉੱਚਾ ਜਿਹੜਾ ਇਹਦਾ ਬੂਟਾ ਹੋ ਜਾਂਦਾ ਹੈ, 4-5 ਫੁੱਟ ਉੱਚਾ ਹੋ ਕੇ ਮੈਲ ਜਾਂਦਾ ਹੈ, ਨਰਮੇ ਕਪਾਹ ਦੇ ਪੌਦੇ ਵਾਂਗੂ। ਇਸ ਤਰ੍ਹਾਂ ਇਹ ਤਮਾਕੂ ਦੀ ਖੇਤੀ ਕਰਦੇ ਸੀ ਮਾਲਵੇ ਦੇ ਲੋਕ, ਜਿਹੜੇ ਬਹੁਤ
बहुत रंगड़ सन विच ते बहुत मुसलमान सन ते मुसलमान हुक्कियां च तंबाकू खूब पींदे सी। फिर ये तंबाकू की खेती करके मुसलमानां नूं बेचदे सी तंबाकू। तां सतगुरु सच्चे पातशाह महाराज ने कहा मेरा सिख तंबाकू वरतो नहीं, वेचो नहीं, लाओ नहीं। कई देखो जाके दराहे दे विच जिवें सिख मर गए हुंदे आ उवें ही उत्थे बीड़ियां तंबाकूआं च उवें अखबार रखे गुरु गोबिंद सिंह की फोटो। मैं कहा मैं तो तेनू रोकूंगा, इहनूं हुणे बंद कर, चक के पासे ला, हथ धो के नहीं अग ला दूँ खोखे नूं, मेरे नाल जो होऊ जो देखी जाऊ, जिहड़ी पुलिस नूं सद्दना तूं सद्द ला। मैं कहा सातों बर्दाश्त नहीं हुंदा। मैं कहा 2 रुपये कमाउण पिछे इत्थे 50 सिख लंघदे आ। मैं कहा मैं तो उन्हां नूं सिख ही नहीं मनदा, कोई तैनूं कहंदा नहीं, उन्हां कोल जमीनां नहीं कि जायदादां नहीं कि असला नहीं कि बंदे नहीं कि थाणे वाले नहीं उन्हां दी सुणदे कि उन्हां दे विच धर्म दा अंश नहीं। मैं कहा तैनूं कहंदा नहीं कोई? कहंदा मैनूं तां किसी ने नहीं कहा, सारे इत्थों लैके जाते हैं। मैं कहा फिर मैं कहना जे मैं देखूँगा मैं तेनों फिर भी टोकूँगा, मेरे तो बर्दाश्त नहीं होंदा, कोई करी जाता करी जाए, मैं की लैना देना। मैं कहा खालसे का अंश है, जिन्हें खंडे की पौहल पीती है वो तो ये बेअदबी बर्दाश्त नहीं होंदी, असीं तलवार नाल बंदूक नाल भी इहनूं बंद करना जानते हैं। फिर कहंदा नहीं जी। मैं कहा तू 4 रुपये कमाउण पिछे ते आ गुरु साहब के सरूपां बाणी दे उत्ते बीड़ियां दे रखिया होया ये, औरले पासे एक होर रेस्टोरेंट होटल वाला वो भी उवें ही। मैं कहा देख ला मैं सिमरनजीत सिंह मान नूं सद्दूँ इत्थे ते तेरा घराओ करके ते फिर तेरा जलूस कड्डांगे खोते ते बिठा के, नहीं बीड़ियां चक दे नहीं इत्थों फोटो चक दे। मैं कहा सारे राह आउंदे आ सानूं, जिवें भज्जेगा उवें ही भजावांगे, नहीं बंदा बन जा। फिर उन्हें भी चक्की उत्थों फोटो चकाई। मैं कहा कल्ला ना समझी, इत्थे लैन ला दूँ, सारा रोड जाम कर दूँ मिनटां दे विच। इस तरह नाल फिर इन्हां नूं दसना पैंदा है, जदों सिद्धी तमीज़ दी भाषा नाल नहीं समझदे फिर दूजी भाषा भी वरतनी पैंदी, क्योंकि खालसे नूं सारे गुण महाराज जी ने दित्ते आ, सारे राह उन्होंने दिते आ, सारिया एजीटेशनां दे राह भी उन्होंने दिते आ, क्योंकि खालसा खूब खुदाए, खालसा खुद खुदाए, खूब खूबी खुशहाल दिल, सच्चे पातशाह महाराज जी लिखते हैं। सो इस प्रकार नाल उच दया भी बहुत है, पर जे कोई हुण बुक्कल च बह के दाढ़ी पट्टण ते बेअदबी करन दी कोशिश करे तां उहदे नाल फिर करारे हत्थां नाल भी खालसे नूं जिहड़ा समझना सिੱਝਣਾ आउंदा उहदे कोल फिर टीका भी हैगा। जे कोई गोलियां नाल नहीं मनदा मिठियां नाल फिर उहनूं टीका भी लाउणा आउंदा है। इस तरह नाल सतगुरु सच्चे पातशाह महाराज जी ने किरपा कीती ते कहा भाई सारी सिੱਖੀ ਇਹ तंबाकू दा सेवन छड्डो, बेचना छड्डो, आ बाकी सारे पखंड छड्डो ते फिर कमाई करो ते फिर शहीदियां दो सिੱਖੀ दे मार्ग वास्ते ते फिर सारी सिੱਖੀ महाराज जी कहते प्राप्त हो। एवें नौ कटदियां ते किते माड़ा जिहा नौ ते कच्चा वड्ढिया गया ते खून कढ़ के कहंदा मैं शहीद हो गया, ऐ शहीद हो के सिੱਖੀ दी प्राप्ति नहीं हुंदी है। उहदे वास्ते घालनी पऊगी, कमाई करनी पऊगी हर तरह की, ते फिर जिहड़ी सिੱਖੀ दी प्राप्ति होगी। सो ये है साध संगत जी तलवंडी साबो दे विच दुबारा अंम੍ਰਿਤਪਾਨ करवाउण दा इतिहासक साखा साहब सच्चे पातशाह महाराज जी ने किरपा की। तां ते मैं कह रहा सी भी वड्डे पद्धर ते जिथे तख्त श्री केसगढ़ साहब ते विसाखी दे इस दिहाड़े दा जड़ जुड़ी हुई है, उत्थे खास करके सतगुरु सच्चे पातशाह महाराज जी दे दूजी वार तलवंडी साबो विखे अंम੍ਰਿਤ छकाउण दी याद दे विच तलवंडी साबो तो गुरु कांशी दे खिताब करके इस अंम੍ਰਿਤ दा महत्व दुबारा चमकदा है। उत्थे तां खास करके विशेष करके मनाया जाता है। विशेष तौर पर सतगुरु सच्चे पातशाह महाराज जी ने किरपा की। सो इस करके अंम੍ਰਿਤ पीवो सदा चिर जीवो, हर सिमरो अनंत अनंता, रंग तमाशा पूर्ण आशा, कबू ना व्यापै चिंता। कहते सुर नर मुन जन अंम੍ਰਿਤ खोज दे, तो अंम੍ਰਿਤ गुर ते पाया, पाया अंम੍ਰਿਤ गुर कृपा कीनी, सच्चा मन वसाया, जी जंत सब तुध उपाए, एक वेख परसुण आया, लब लोभ अहंकार चूका, सतगुर भला पाया, कह नानक जिसनू आप तुठा, तेन अंम੍ਰਿਤ गुर ते पाया। तेन अंम੍ਰਿਤ गुर ते पाया जी, तेन अंम੍ਰਿਤ गुर ते पाया, तेन अंम੍ਰਿਤ गुर ते पाया जी, तेन अंम੍ਰਿਤ गुर ते पाया, अंम੍ਰਿਤ गुर ते जी, तेन अंम੍ਰਿਤ गुर ते पाया, अंम੍ਰਿਤ गुर ते पाया जी, तेन अंम੍ਰਿਤ गुर ते पाया, अंम੍ਰਿਤ गुर ते पाया जी, तेन अंम੍ਰਿਤ गुर ते पाया, अंम੍ਰਿਤ गुर ते पाया जी, तेन अंम੍ਰਿਤ गुर ते पाया। सो साध संगत जी वक्त हो चुकिया है।
ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਬੜਾ ਡਿਟੇਲ ਹੈ, ਨਾਲ ਨਾਲ ਆਪਾਂ ਸਰਵਣ ਕਰਦੇ ਜਾਵਾਂਗੇ। ਨਿਰੰਕਾਰੀ ਕਾਂਡ ਦਾ ਡਿਟੇਲ ਅਜੇ ਰਹਿ ਗਿਆ ਸੀ ਕੱਲ੍ਹ ਵੀ ਅੱਜ ਵੀ, ਕਿਉਂਕਿ ਫਿਰ ਹੋਰ ਖੋਜ ਮਿਲ ਜਾਂਦੀ ਹੈ ਵਿਸਾਖੀ ਨਾਲ ਸੰਬੰਧਿਤ। ਜਿੰਨਾ ਕਥੀ ਚੱਲੀਏ ਬ੍ਰਹਮੈ ਕਥ ਕਥ ਅੰਤ ਨਾ ਪਾਇਆ, ਰਾਮ ਭਗਤ ਬੈਠੇ ਘਰ ਆਇਆ। ਕਹਿੰਦੇ ਭਗਤੀ ਕਰੀਏ, ਖੰਡੇ ਦਾ ਅੰਮ੍ਰਿਤ ਛਕੀਏ, ਨਾਮ ਨਾਲ ਜੁੜੀਏ, ਸੱਚਾਈ ਤੇ ਇਨਸਾਫ ਨਾਲ ਜੁੜੀਏ, ਉਸ ਬਾਜਾਂ ਵਾਲੇ ਪਾਤਸ਼ਾਹ ਕਲਗੀਧਰ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ, ਵਿਕਾਰਾਂ ਤੇ ਮਾੜੇ ਕੰਮਾਂ ਨੂੰ ਤਿਆਗੀਏ, ਤਾਂ ਹੀ ਸਾਡਾ ਇਹ ਖਾਲਸਾ ਪੰਥ ਦਾ ਖਾਲਸਾ ਦਿਹਾੜਾ ਮਨਾਉਣ ਦਾ ਸ਼ੁਭ ਅਵਸਰ ਜਿਹੜਾ ਸਫਲ ਹੈ। ਸੋ ਬਹੁਤ ਸਾਰੀਆਂ ਤਰੁੱਟੀਆਂ ਵਿਚਾਰ ਕਰਦਿਆਂ ਰਹਿ ਜਾਣੀਆਂ ਸੁਭਾਵਿਕ ਹੁੰਦੀਆਂ ਨੇ, ਦਾਸ ਖੇਮਾਂ ਦਾ ਜਾ ਚੁੱਕਾ ਹੈ। ਸੰਗਤ ਦੀ ਹਾਜ਼ਰੀ ਸਾਹਿਬ ਦਰ ਪ੍ਰਵਾਨ ਕਰਦੇ, ਧਰਮ ਅਨੁਕੂਲ ਕਾਰਜ ਰਾਸ ਕਰਨ। ਸੱਚੇ ਪਾਤਸ਼ਾਹ ਮਹਾਰਾਜ ਖੰਡੇ ਬਾਟੇ ਦਾ ਅੰਮ੍ਰਿਤ ਜੋ ਅਮੋਲਕ ਹੈ, ਉਹ ਭਾਈ ਜਿਨ੍ਹਾਂ ਦੇ ਹਿਰਦੇ 'ਚ ਚਾਹਨਾ ਉਹਨਾਂ ਨੂੰ ਪ੍ਰਾਪਤੀ ਕਰਵਾਉਣ, ਕਿਉਂਕਿ ਕੋਈ ਸਸਤੀ ਵਸਤੂ ਨਹੀਂ ਹੈ, ਕੋਈ ਮਿੱਠਾ ਪਾਣੀ ਨਹੀਂ ਹੈ ਵੀ ਜਾ ਕੇ ਦੁਕਾਨ 'ਤੇ ਜਿਵੇਂ ਇਹ ਸਿਰਵੱਟੇ ਸਿੱਖੀ ਹੈ, ਸੀਸ ਭੇਟ ਦਿਓ ਜੇ ਸਤਿਗੁਰ ਸਾਚੇ ਭਾਵੈ। ਜਦੋਂ ਅੰਮ੍ਰਿਤ ਛਕਾਉਂਦੇ ਹੈ ਉਦੋਂ ਪੰਜ ਪਿਆਰਿਆਂ ਦੇ ਵਿੱਚ ਇੱਕ ਛੇਵਾਂ ਪਿਆਰਾ ਹੁੰਦਾ ਹੈ। ਕਦੇ ਵੀ ਤੁਸੀਂ ਦੇਖਿਓ, ਮਰਜ਼ਾਦਾ ਪੜ੍ਹ ਕੇ ਦੇਖੋ, ਉਹ ਛੇਵਾਂ ਪਿਆਰਾ ਜਦੋਂ ਸਾਰੇ ਪਹੁੰਚ ਜਾਂਦੇ ਆ ਅੰਮ੍ਰਿਤ ਛਕਣ ਦੇ ਅਭਿਲਾਖੀ, ਫਿਰ ਉਹ ਪੁੱਛਦਾ ਵੀ ਸਾਰੇ ਤੁਸੀਂ ਤਿਆਰ ਹੋ ਕੇ ਆ ਗਏ? ਤਾਂ ਫਿਰ ਉਹ ਕਹਿੰਦਾ ਵੀ ਹੁਣ ਅੱਜ ਤੋਂ ਬਾਅਦ ਜਿਹੜਾ ਤੁਸੀਂ ਸਿਰ ਹੈ ਤੁਹਾਡਾ ਇਹ ਸਤਿਗੁਰੂ ਦਾ ਹੋ ਗਿਆ, ਤੁਹਾਡੀ ਮੱਤ ਸਤਿਗੁਰੂ ਦੀ ਹੋ ਗਈ। ਹੁਣ ਤੁਸੀਂ ਗੁਰਬਾਣੀ ਦੇ ਸਿਧਾਂਤਾਂ ਨੂੰ ਸਮਝਣਾ ਹੈ, ਗੁਰਬਾਣੀ ਦੇ ਸਿਧਾਂਤਾਂ 'ਤੇ ਚੱਲਣਾ ਹੈ। ਹੋਰ ਤੁਹਾਡੇ ਵਾਸਤੇ ਹੁਣ ਕੋਈ ਰੋਲ ਮਾਡਲ ਨਹੀਂ ਹੈ ਅੱਜ ਤੋਂ ਬਾਅਦ। ਅੱਜ ਤੋਂ ਬਾਅਦ ਪਿੱਛੇ ਜਿਹੜੇ ਕੋਈ ਤੁਸੀਂ ਰੋਲ ਮਾਡਲ ਲੱਭਦੇ ਮੰਨ ਲਏ, ਉਹਨਾਂ ਨੂੰ ਹੁਣ ਤਿਆਗ ਦਿਓ। ਅੱਗੇ ਵਾਸਤੇ ਹੁਣ ਤੁਹਾਡਾ ਜਿਹੜਾ ਰੋਲ ਮਾਡਲ ਹੈ ਉਹ ਸ਼੍ਰੀ ਅਕਾਲ ਤਖਤ ਸਾਹਿਬ ਤੇ ਮੀਰੀ ਪੀਰੀ ਹੈ ਤੁਹਾਡਾ ਰੋਲ ਮਾਡਲ। ਇਹਦੇ ਵਾਸਤੇ ਤੁਸੀਂ ਫੌਜ ਦੇ ਵਿੱਚ ਵੀ ਇਹ ਪ੍ਰਤੱਗਿਆ ਕਰਾਉਂਦੇ ਆ, ਜਦੋਂ ਫੌਜ 'ਚ ਜਾਂਦਾ ਕੋਈ, ਪੁਲਿਸ ਮਹਿਕਮੇ 'ਚ ਜਾਂਦਾ, ਉਹ ਤੋਂ ਸੌਹਾਂ ਕਾਹਤੋਂ ਖਵਾਉਂਦੇ ਆ? ਇਸੇ ਕਰਕੇ ਖਵਾਉਂਦੇ ਆ ਵੀ ਤੁਹਾਡਾ ਹੋਰ ਕੋਈ ਰੋਲ ਮਾਡਲ ਨਹੀਂ, ਹੁਣ ਤੁਹਾਡਾ ਇਹ ਰੋਲ ਮਾਡਲ ਹੈ। ਇਹਦੇ ਵਾਸਤੇ ਤੁਸੀਂ ਜਾਨਵਰ ਨਹੀਂ ਹੈ, ਇੱਥੋਂ ਤੁਹਾਨੂੰ ਵਜ਼ੀਫੇ ਤੇ, ਇੱਥੋਂ ਤੁਹਾਨੂੰ ਤਰੱਕੀਆਂ ਤੇ, ਇੱਥੋਂ ਤੁਹਾਨੂੰ ਖਾਣ ਪੀਣ ਨੂੰ ਮਿਲਣਾ। ਉਹੀ ਗੱਲ ਪੰਜ ਪਿਆਰੇ ਕਹਿੰਦੇ ਹਨ ਕਿ ਭਾਈ ਹੁਣ ਤੁਹਾਡਾ ਰੋਲ ਮਾਡਲ ਇਹ ਹੈ, ਇਹਦੀ ਆਨ ਸ਼ਾਨ ਬਾਣ ਵਾਸਤੇ ਤਨ ਮਨ ਧਨ ਤੁਹਾਡਾ ਗੁਰੂ ਦਾ ਹੈ, ਇਹਦੇ ਵਾਸਤੇ ਲਾਉਣਾ, ਇਹਦੇ ਸਿਧਾਂਤਾਂ 'ਤੇ ਚੱਲਣਾ ਹੈ। ਸਿਰ ਤੁਹਾਡਾ ਹੈ ਹੀ ਨਹੀਂ, ਭਾਵ ਕਿ ਤੁਹਾਡੀ ਆਪਦੀ ਮੱਤ ਨਹੀਂ ਹੈ, ਹੁਣ ਇਹਦੀ ਮੱਤ ਦੇ ਅਨੁਕੂਲ ਤੁਸੀਂ ਚੱਲਣਾ। ਮਨ ਕੀ ਮੱਤ ਤਿਆਗੋ ਹਰ ਜਨ, ਹੁਕਮ ਬੂਝ ਸੁਖ ਪਾਈਐ ਰੇ। ਮਨ ਕੀ ਮੱਤ ਤਿਆਗੋ ਹਰ ਜਨ, ਇਹਾ ਬਾਤ ਕਠੈਨੀ, ਪੀਵੋ ਪਾਹਲ ਖੰਡ ਧਾਰ ਹੋਏ ਜਨਮ ਸੁਹੇਲਾ। ਸੋ ਜਨਮ ਸੁਹੇਲਾ ਸੌਖਾ ਹੋ ਜਾਵੇਗਾ, ਸਾਰੇ ਪ੍ਰਕਾਰ ਦੀਆਂ ਗੁਲਾਮੀਆਂ ਦੇ ਜਿਹੜੇ ਫਸਤੇ ਵੱਢੇ ਜਾਣਗੇ ਜੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਉਹ ਕਲਗੀਧਰ ਪਾਤਸ਼ਾਹ ਜੀ ਦੀ ਖੁਸ਼ੀ ਤੇ ਥਾਪੜਾ ਪ੍ਰਾਪਤ ਕਰਾਂਗੇ। ਸੋ ਇੱਥੇ ਹੀ ਆਪਾਂ ਸਮਾਪਤੀ ਕਰੀਏ। ਸਤਿਗੁਰੂ ਸਾਹਿਬ ਜੀ ਦਾ ਲੜੀਵਾਰ ਇਤਿਹਾਸ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਸਰਵਣ ਕਰਦੇ ਰਹਾਂਗੇ। ਇੱਥੇ ਹੀ ਦਾਸ ਅਨੇਕ ਪ੍ਰਕਾਰ ਦੀਆਂ ਤਰੁੱਟੀਆਂ ਤੋਂ ਭੁੱਲਾਂ ਮੇਰੀਆਂ, ਰਹਿਮਤਾਂ ਆਪ ਜੀ ਦੀਆਂ। ਇਹੀ ਸਪਤਮੋ ਦੀਪ ਜਨੀਜੈ, 64 ਲੱਖ ਜੋਜਨ ਲਖ ਲੀਜੈ। ਇਸ ਸਮਾਨ ਇਹ ਸਾਗਰ ਜਾਨੋ, ਮਿਸਟ ਨੀਰ ਕੋ ਸਰਬ ਪਛਾਨੋ। ਇਸ ਸਮਾਨ ਇਹ ਸਾਗਰ ਜਾਨੋ, ਮਿਸਟ ਨੀਰ ਕੋ ਸਰਬ ਪਛਾਨੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈ ਅਚੁੱਤ ਹੈ ਪਾਰ ਬ੍ਰਹਮ, ਅਵਿਨਾਸੀ ਅਗਨਾਸ, हे पूरन हे सर्ब मह दुख भंजन गुणतास। हे संगी हे निरंकार, हे निर्गुण सब टेक। हे गोबिंद हे गुण निधान, जाकै सदा विवेक। हे अपरंपर हर हरे, हैपी होवन हार। हे संत है के सदा संग, निधारा आधार। हे ठाकुर हों दसरो, मैं निर्गुण गुण नहीं कोय। नानक दीजै नाम दान, राखों ही है परोए। आए प्रभ शरणागति, कृपा निध दयाल। एक अखर हर मन बसत, नानक होत निहाल। कथा निता प्रति होत है, सुनो सो सिंह सुजान। नानक गुरु गोबिंद सिंह जी, सदा करे कल्याण। जैसे बन हर पात में, पात पात में पात। तैसे गुरु नानक की बात में, बात बात में बात। तैसे गुरु नानक की बात में, बात बात में बात। वाहिगुरु जी का खालसा, वाहिगुरु जी की फतेह।